So binary search tree ਦੀਆਂ ਕੀ properties ਨੇ ਕਿ for every node x all the keys in its left subtree are smaller and all the keys in its right subtree are larger। so ਸਿੰਪਲ ਜਿਹਾ ਰੂਲ ਹੈ ਕਿ ਸਾਰੀਆਂ ਵੈਲਿਊਜ਼ ਲੈਫਟ ਸਾਈਡ ਤੇ ਰੂਟ ਨਾਲੋਂ ਛੋਟੀਆਂ ਹੋਣਗੀਆਂ, ਸਾਰੀਆਂ ਵੈਲਿਊਜ਼ ਰਾਈਟ ਸਾਈਡ ਤੇ ਰੂਟ ਨਾਲੋਂ ਲਾਰਜਰ ਹੋਣਗੀਆਂ। ਠੀਕ ਹੈ, ਸੋ ਇਹ ਸਿੰਪਲ ਜੀ ਪ੍ਰੋਪਰਟੀ ਜੇ ਆਪਾਂ ਲਗਾ ਦਈਏ then ਜਿਹੜਾ ਰਿਜ਼ਲਟਿੰਗ ਟਰੀ ਹੈ that tree is called binary search tree। Okay, then this is the definition of a binary search tree। again it is a binary tree that may be empty means कि ਉਹਦੇ ਵਿੱਚ ਕੋਈ ਵੀ ਨੋਡ ਨਹੀਂ ਹੋਏਗੀ, that means root ਦੀ value ਉਸ ਸਮੇਂ null ਹੋਏਗੀ। ਔਰ ਜੇ ਸੈਟੀਸਫਾਈ ਦਾ ਫੋਲੋਇੰਗ ਪ੍ਰੋਪਰਟੀ, ਜੇ ਐਮਟੀ ਨਹੀਂ ਹੈਗਾ ਤਾਂ ਉਹ ਇਹ ਹੇਠ ਲਿਖੀਆਂ ਪ੍ਰੋਪਰਟੀ ਜਿਹੜੀਆਂ ਸੈਟੀਸਫਾਈ ਕਰਦਾ ਹੋਏਗਾ। ਚਾਰ ਪ੍ਰੋਪਰਟੀ ਨੇ। ਫਰਸਟ ਪ੍ਰੋਪਰਟੀ ਕੀ ਹੈ ਕਿ ਐਵਰੀ ਐਲੀਮੈਂਟ ਹੈਜ਼ ਅ ਯੂਨੀਕ ਕੀ। ਸੋ ਹਰ ਐਲੀਮੈਂਟ ਦੀ ਜਿਹੜੀ ਵੈਲਿਊ ਹੋਏਗੀ ਉਹ ਯੂਨੀਕ ਹੋਏਗੀ। ਦੈਟ ਮੀਨਸ ਉਹਦੇ 'ਚ ਆਪਾਂ ਡੁਪਲੀਕੇਸੀ ਨੂੰ ਅਵੋਇਡ ਕਰਦੇ ਹਾਂ ਕਿ ਉਹਦੇ 'ਚ ਡੁਪਲੀਕੇਟ ਐਲੀਮੈਂਟਸ ਨਹੀਂ ਹੋਣਗੇ। ਸੈਕਿੰਡ ਰੂਲ ਕੀ ਹੈ, ਦ ਕੀ ਇਜ਼ ਅ ਨॉन ਐਮਪਟੀ ਲੈਫਟ ਸਬ ਟਰੀ must be smaller than the key in the root of the subtree। ਠੀਕ ਹੈ, ਜਿੰਨੇ ਵੀ ਲੈਫਟ ਸਾਈਡ ਤੇ ਨॉन ਐਮਪਟੀ ਜਿੰਨਾ ਵੀ ਸਬ ਟਰੀ ਹੋਏਗਾ, ਠੀਕ ਹੈ, ਲੈਫਟ ਰਾਈਟ ਤੇ ਜੇ ਕੋਈ ਸਬ ਟਰੀ ਐਗਜ਼ਿਸਟ ਕਰ ਰਿਹਾ ਹੋਏਗਾ ਦੈਨ ਇਟ ਵਿਲ ਬੀ ਨॉन ਐਮਪਟੀ। ਤਾਂ ਉਸ ਸਬ ਟਰੀ ਦੇ ਵਿੱਚ ਜਿੰਨੀਆਂ ਵੀ ਕੀਜ਼ ਹੈਗੀਆਂ ਨੇ, ਦ ਕੀਜ਼ ਇਨ ਅ ਨॉन ਐਮਪਟੀ ਲੈਫਟ ਸਬ ਟਰੀ ਮਸਟ ਬੀ ਸਮਾਲਰ ਦੈਨ ਦ ਕੀ ਇਨ ਦ ਰੂਟ ਆਫ ਦੀ ਸਬ ਟਰੀ। ਉਸ ਸਬ ਟਰੀ ਦਾ ਜਿਹੜਾ ਵੀ ਰੂਟ ਹੈ ਉਹ ਤੋਂ ਉਹ ਸਾਰੀਆਂ ਵੈਲਿਊਜ਼ ਕੀ ਹੋਣਗੀਆਂ, ਆਲ ਦਾ ਵੈਲਿਊਜ਼ ਸ਼ੁੱਡ ਬੀ ਸਮਾਲਰ। ਇਹ ਹੈਗਾ ਸੈਕਿੰਡ ਰੂਲ। ਥਰਡ ਰੂਲ ਜੋ ਹੈ ਉਹ ਸੇਮ ਹੀ ਹੈ, ਬਟ ਜਿੱਥੇ ਜਿੱਥੇ ਲੈਫਟ ਲਿਖਿਆ ਲੈਫਟ ਦੀ ਥਾਂ ਤੇ ਆਪਾਂ ਹੁਣ ਰਾਈਟ ਲਿਖਾਂਗੇ। ਦ ਕੀਜ਼ ਇਨ ਅ ਨॉन ਐਮਪਟੀ ਰਾਈਟ ਸਬ ਟਰੀ ਮਸਟ ਬੀ ਲਾਰਜਰ ਦੈਨ ਦ ਕੀ ਇਨ ਦ ਰੂਟ ਆਫ ਦੀ ਸਬ ਟਰੀ। ਠੀਕ, ਸੋ ਇਹ 2 ਔਰ 3 ਰੂਲ ਹੈਗੇ ਸੇਮ ਹੀ ਹੈ, ਸਿਰਫ ਥੋੜਾ ਜਿਹਾ ਵਰਡਿੰਗ ਦਾ ਫਰਕ ਹੈ। ਜਦੋਂ ਆਪਾਂ ਲੈਫਟ ਕੰਸੀਡਰ ਕਰਨਾ ਹੈ ਤਾਂ ਆਪਾਂ ਸਮਾਲਰ ਲਿਖਣਾ ਹੈ, ਜਦੋਂ ਆਪਾਂ ਰਾਈਟ ਕੰਸੀਡਰ ਕਰਨਾ ਹੈ ਤਾਂ ਆਪਾਂ ਲਾਰਜਰ ਲਿਖਣਾ ਹੈ। ਸੋ ਅਕੋਰਡਿੰਗਲੀ ਇਹ 2 ਐਂਡ 3 ਦੋ ਰੂਲ ਹੈਗੇ ਨੇ। ਪਹਿਲਾ ਰੂਲ ਲੈਫਟ ਸਬ ਟਰੀ ਵਾਸਤੇ ਲਿਖਿਆ ਗਿਆ, ਥਰਡ ਰੂਲ ਜਿਹੜਾ ਹੈ ਉਹ ਰਾਈਟ ਸਬ ਟਰੀ ਵਾਸਤੇ ਲਿਖਿਆ ਗਿਆ। ਜਦੋਂ ਲੈਫਟ ਸਬ ਟਰੀ ਦੀ ਗੱਲ ਹੋ ਰਹੀ ਹੈ ਤਾਂ ਆਪਾਂ ਸਮਾਲਰ ਲਿਖਣਾ ਹੈ, ਜਦੋਂ ਰਾਈਟ ਸਬ ਟਰੀ ਦੀ ਗੱਲ ਹੋ ਰਹੀ ਹੈ ਤਾਂ ਆਪਾਂ ਲਾਰਜਰ ਲਿਖਣਾ ਹੈ। then fourth rule ਕੀ ਹੈ, the left and right subtree are also binary search tree। so this is recursive definition। recursive means ਕਿ ਉਹ ਆਪਣੇ ਆਪ ਦੇ ਵਿੱਚ binary tree ਹੈਗੇ ਹੈ। ਜਿਹੜਾ ਲੈਫਟ ਸਬ ਟਰੀ ਹੋਏਗਾ, ਰਾਈਟ ਸਬ ਟਰੀ ਹੋਏਗਾ, ਉਹ ਵੀ ਆਪਣੇ ਆਪ ਦੇ ਵਿੱਚ ਬਾਈਨਰੀ ਸਰਚ ਟਰੀ ਹੈ। ਦੈਟ ਮੀਨਸ ਕਿ ਉਹ ਸਾਰੇ ਸਬ ਟਰੀ ਆਹ 3 ਰੂਲ ਉਹ ਵੀ ਫੋਲੋ ਕਰਦੇ ਹੋਣਗੇ। ਸੋ ਇਸ 3 ਰੂਲ ਜਿਹੜੇ ਨੇ ਰਿਕਰਸਿਵਲੀ ਹਰ ਐਲੀਮੈਂਟ ਦੇ ਉੱਪਰ ਲੱਗਣੇ ਆ, ਤੇ ਜੇ ਇਹ ਸਾਰਾ ਕੁਝ ਸੈਟੀਸਫਾਈ ਹੁੰਦਾ ਆ ਦੈਨ ਆਪਾਂ ਕਹਿੰਦੇ ਆ ਕਿ ਆਪਣਾ ਟਰੀ ਜਿਹੜਾ ਹੈ ਉਹ ਬਾਈਨਰੀ ਸਰਚ ਟਰੀ ਹੈ। ਸੋ ਇਹ ਸਿੰਪਲ ਜਿਹੀਆਂ ਮੈਥਮੈਟੀਕਲ ਡੈਫੀਨੇਸ਼ਨ ਜਿਹੜੀਆਂ ਕਿ ਆਪਾਂ ਹੁਣੇ ਪੇਪਰ ਦੇ ਵਿੱਚ ਲਿਖਣ ਵਾਸਤੇ ਕਵਰ ਕੀਤੀਆਂ। ਦੈਨ ਵੀ ਹੈਵ ਐਗਜ਼ਾਮਪਲਸ ਆਫ ਬਾਈਨਰੀ ਸਰਚ ਟਰੀ। ਜਿਵੇਂ ਕਿ ਇਹ ਇੱਕ ਐਗਜ਼ਾਮਪਲ ਹੈ ਕਿ all the values on the left subtree are smaller than the root and all the values on the right subtree are larger than the root। similarly ਜੇ ਇਸ ਸਬ ਟਰੀ ਦੀ ਗੱਲ ਕਰੀਏ ਤਾਂ ਇਸ ਸਬ ਟਰੀ ਦੇ ਵਿੱਚ ਇਹ ਰੂਟ ਬਣ ਗਿਆ ਔਰ all the values are on the left side are smaller than the root, all the values on the right side are larger than the root। ਸੋ ਇਸ ਤਰ੍ਹਾਂ ਕਰਕੇ ਇਹ ਟਰੀ ਜਿਹੜਾ ਹੈ ਬਾਈਨਰੀ ਸਰਚ ਟਰੀ ਦੀ ਪ੍ਰੋਪਰਟੀ ਨੂੰ ਸੈਟੀਸਫਾਈ ਕਰ ਰਿਹਾ ਹੈ। ਬਟ ਜੇ ਆਪਾਂ ਇਸ ਟਰੀ ਦੀ ਗੱਲ ਕਰੀਏ, ਇਸ ਟਰੀ ਦੇ ਵਿੱਚ ਤੁਸੀਂ ਦੇਖੋ there is a element that is 7 ਜਿਹਦੀ ਵੈਲਿਊ ਰੂਟ ਤੋਂ ਘੱਟ ਹੈ। ਠੀਕ ਹੈ, ਇਸ ਸਬ ਟਰੀ ਦੇ ਵਿੱਚ ਇਹ ਠੀਕ ਹੈ। for this particular subtree it is okay, for this particular subtree it is also okay। ਠੀਕ ਹੈ, ਸਾਰੇ ਰੂਲ ਸੈਟੀਸਫਾਈ ਹੋ ਰਹੇ ਨੇ ਕਿ ਇਸ ਸਾਈਡ ਤੇ ਜਿੰਨੀਆਂ ਵੀ ਨੋਡ ਨੇ, ਇਸ ਸਾਈਡ ਦੀਆਂ ਜਿੰਨੀਆਂ ਵੀ ਨੋਡ ਨੇ ਉਹਨਾਂ ਤੋਂ ਰੂਟ ਤੋਂ ਉਹ ਵੱਡੀਆਂ ਨੇ ਤੇ ਇਸ ਸਾਈਡ ਵਾਲੀਆਂ ਸਾਰੀਆਂ ਨੋਡ ਰੂਟ ਤੋਂ ਛੋਟੀਆਂ ਨੇ। ਬਟ ਜਦੋਂ ਆਪਾਂ ਇਸ ਨੋਡ ਦੀ ਗੱਲ ਕਰਦੇ ਹਾਂ ਤਾਂ ਇਸ ਨੋਡ ਤੇ ਆ ਕੇ ਇਸ ਪਾਸੇ ਲੈਫਟ ਸਾਈਡ ਤੇ ਇੱਕ ਵੈਲਿਊ ਨਿਕਲਦੀ ਹੈ ਜਿਹੜੀ ਕਿ ਰੂਟ ਤੋਂ ਵੱਡੀ ਹੈ। ਸੋ ਰੂਟ ਦੀ ਵੈਲਿਊ 6 ਹੈ ਤੇ ਲੈਫਟ ਸਾਈਡ ਤੇ ਇੱਕ ਵੈਲਿਊ 7 ਪਈ ਹੈ, ਜਿਹਦੇ ਕਰਕੇ ਜਿਹੜਾ ਇਹ ਫਾਈਨਲ ਟਰੀ ਆਪਣਾ ਕ੍ਰੀਏਟ ਹੋ ਗਿਆ। ਦਿਸ ਫਾਈਨਲ ਟਰੀ ਇਜ਼ ਨਾਟ ਅ ਬਾਈਨਰੀ ਸਰਚ ਟਰੀ। ਇਹਨੂੰ ਆਪਾਂ ਬਾਈਨਰੀ ਟਰੀ ਕਹਿ ਸਕਦੇ ਹਾਂ। ਇਟ ਇਜ਼ ਅ ਬਾਈਨਰੀ ਟਰੀ ਬਟ ਇਟ ਇਜ਼ ਨਾਟ ਅ ਬਾਈਨਰੀ ਸਰਚ ਟਰੀ। ਸੋ ਇਸ ਚੀਜ਼ ਦਾ ਥੋੜਾ ਜਿਹਾ ਖਿਆਲ ਰੱਖਣਾ ਤੁਸੀਂ ਈਜ਼ੀਲੀ ਤੁਸੀਂ ਫਾਈਂਡ ਆਊਟ ਕਰ ਸਕਦੇ ਹੋ ਕਿ ਕਿਹੜਾ ਟਰੀ ਬਾਈਨਰੀ ਹੈ, ਬਾਈਨਰੀ ਸਰਚ ਟਰੀ ਹੈ ਔਰ ਕਿਹੜਾ ਟਰੀ ਸਿੰਪਲ ਬਾਈਨਰੀ ਟਰੀ ਹੈ। ਹੁਣ ਇੱਕੋ ਹੀ ਸੈਟ ਆਫ ਕੀਜ਼ ਤੋਂ ਦ ਸੇਮ ਸੈਟ ਆਫ ਕੀਜ਼ may have different binary search tree। ਇਹ ਵੀ binary search tree ਹੈ
ਜਿਹਦੇ ਵਿੱਚ ਵੈਲਿਊਜ਼ ਆਪਣੇ ਕੋਲ ਹੈਗੀਆਂ ਨੇ 2 3 4 5 7 ਐਂਡ 8 ਸੇਮ ਵੈਲਿਊਜ਼ ਨਾਲ 2 3 4 5 7 ਐਂਡ 8 ਸੇਮ ਵੈਲਿਊਜ਼ ਨਾਲ ਇਸ ਤਰ੍ਹਾਂ ਦਾ ਟਰੀ ਵੀ ਬਣ ਸਕਦਾ ਹੈ, ਇਸ ਤਰ੍ਹਾਂ ਦਾ ਟਰੀ ਵੀ ਬਣ ਸਕਦਾ, ਹੋਰ ਵੀ ਕਈ ਸ਼ੇਪਸ ਪੋਸੀਬਲ ਹੈਗੀਆਂ ਨੇ। ਸੋ ਇੱਕੋ ਸੈੱਟ ਜੇ ਆਪਣੇ ਕੋਲ ਵੈਲਿਊਜ਼ ਦਾ ਦਿੱਤਾ ਹੋਵੇ ਤਾਂ ਉਸੇ ਸੈੱਟ ਤੋਂ ਕਈ ਤਰ੍ਹਾਂ ਦੇ ਬਾਈਨਰੀ ਟਰੀ ਬਣਾਏ ਜਾ ਸਕਦੇ ਆ ਜਿਹੜੇ ਕਿ ਬਾਈਨਰੀ ਸਰਚ ਟਰੀ ਦੀਆਂ ਪ੍ਰੋਪਰਟੀਜ਼ ਨੂੰ ਵੀ ਸੈਟੀਸਫਾਈ ਕਰਦੇ ਹੋਣਗੇ। ਸੋ ਆਪਾਂ ਨੇ ਜਦੋਂ ਬਾਈਨਰੀ ਟਰੀ ਬਣਾਉਣਾ ਤਾਂ ਤੁਸੀਂ ਦੇਖੋ ਜਿਹੜਾ ਇਹ ਬਾਈਨਰੀ ਟਰੀ ਹੈ ਇਹਦੀ ਜਿਹੜੀ ਹਾਈਟ ਹੈ ਉਹ ਹੈ 0 1 2 ਤੇ ਜਿਹੜੀ ਇਹਦੀ ਹਾਈਟ ਹੈ ਉਹ ਦੇਖੋ ਕਿੰਨੀ ਜ਼ਿਆਦਾ ਹੈ। ਸੋ ਦਿਸ ਇਜ਼ ਬੈਲੈਂਸਡ ਵਨ ਆਪਾਂ ਕਹਿ ਸਕਦੇ ਹਾਂ, ਔਰ ਦਿਸ ਇਜ਼ ਅਨਬੈਲੈਂਸਡ। ਸੋ ਆਪਣੀ ਜਿਹੜੀ ਕੋਸ਼ਿਸ਼ ਹੋਣੀ ਆ ਹਮੇਸ਼ਾ ਬਾਈਨਰੀ ਟਰੀ ਬਣਾਉਣ ਦੀ ਕਿ ਉਹ ਬੈਲੈਂਸਡ ਵਨ ਬਾਈਨਰੀ ਟਰੀ ਜਿਹੜੇ ਆ ਉਹ ਕ੍ਰੀਏਟ ਹੋਣੇ ਚਾਹੀਦੇ ਨੇ, ਕਿਉਂਕਿ ਗਿਵਨ ਅ ਸੈਟ ਆਫ ਨੋਡ ਬਹੁਤ ਸਾਰੀਆਂ ਪੋਸੀਬਿਲਿਟੀਜ਼ ਬਣਦੀਆਂ ਨੇ, ਬਹੁਤ ਤਰ੍ਹਾਂ ਦੇ ਬਾਈਨਰੀ ਸਰਚ ਟਰੀ ਬਣ ਸਕਦੇ ਨੇ, ਕੁਝ ਬੈਲੈਂਸਡ ਹੋਣਗੇ ਕੁਝ ਅਨਬੈਲੈਂਸਡ ਹੋਣਗੇ। ਤਾਂ ਜਦੋਂ ਆਪਾਂ ਆਪਣਾ ਪ੍ਰੋਗਰਾਮ ਕ੍ਰੀਏਟ ਕਰਨੇ ਨੇ ਆਪਣੀ ਜਿਹੜੀ ਟੈਂਡੈਂਸੀ ਹੋਣੀ ਚਾਹੀਦੀ ਹੈ that should be that we should create the balanced binary search tree, unbalanced tree ਨੂੰ ਆਪਾਂ ਅਵੋਇਡ ਕਰਨਾ ਹੈ। ਦੈਨ ਸਰਚਿੰਗ ਕਰਨ ਵਾਸਤੇ ਜਦੋਂ ਆਪਾਂ ਸਰਚਿੰਗ ਆਪਰੇਸ਼ਨ ਦੀ ਗੱਲ ਕਰੀਏ, ਜੇ ਬਾਈਨਰੀ ਸਰਚ ਟਰੀ ਹੈ ਤਾਂ ਸਪੋਜ਼ ਆਪਾਂ 15 ਵੈਲਿਊ ਨੂੰ ਸਰਚ ਕਰਨਾ ਹੈ, ਦੈਨ ਵੀ ਆਰ ਜੇ ਆਪਾਂ 15 ਵੈਲਿਊ ਨੂੰ ਸਰਚ ਕਰਨਾ ਔਰ 15 ਵੈਲਿਊ ਆਪਣੇ ਰੂਟ ਤੇ ਹੀ ਪਈ ਹੈ ਤਾਂ ਆਪਾਂ ਨੂੰ ਪਹਿਲੇ ਸਟੈਪ ਦੇ ਵਿੱਚ ਹੀ ਆਪਣੀ ਵੈਲਿਊ ਫਾਈਂਡ ਆਊਟ ਹੋ ਜਾਏਗੀ। ਬਟ ਇਫ ਵੀ ਆਰ ਸਰਚਿੰਗ ਦਾ ਵੈਲਿਊ ਵਿਚ ਇਜ਼ ਲੈਸ ਦੈਨ 15 ਤਾਂ ਆਪਾਂ ਸਰਚ ਕਰਾਂਗੇ ਲੈਫਟ ਸਾਈਡ ਦੇ ਉੱਪਰ, ਦੈਟ ਮੀਨਸ ਰਾਈਟ ਸਾਈਡ ਦੀ ਉੱਤੇ ਸਰਚ ਕਰਨ ਦੀ ਜ਼ਰੂਰਤ ਆਪਾਂ ਨੂੰ ਨਹੀਂ ਹੈ। ਤਾਂ ਜੇ ਮੇਰੇ ਕੋਲ 20 ਵੈਲਿਊਜ਼ ਨੇ ਬਾਈਨਰੀ ਟਰੀ ਦੇ ਵਿੱਚ, 10 ਲੈਫਟ ਸਾਈਡ ਤੇ 10 ਰਾਈਟ ਸਾਈਡ ਤੇ, ਤਾਂ ਮੇਰੇ ਕੋਲ 10 ਵੈਲਿਊਜ਼ ਤਾਂ ਸਿੱਧੀਆਂ ਹੀ ਖਤਮ ਹੋ ਗਈਆਂ, ਦੈਟ ਮੀਨ 10 ਕੰਪੈਰੀਜ਼ਨ ਤਾਂ ਮੈਂ ਸਿੱਧੇ ਹੀ ਖਤਮ ਕਰਤੇ, ਮੇਰੇ ਕੋਲ ਬਾਕੀ 10 ਕੰਪੈਰੀਜ਼ਨ ਬਚੇ। ਠੀਕ ਹੈ, 10 ਕੰਪੈਰੀਜ਼ਨ ਅੱਗੇ ਫੇਰ ਮੇਰੇ ਕੋਲ ਜੇ 5 ਵੈਲਿਊਜ਼ ਲੈਫਟ ਸਾਈਡ ਤੇ ਨੇ 5 ਵੈਲਿਊਜ਼ ਰਾਈਟ ਸਾਈਡ ਤੇ ਨੇ, ਅਗੇਨ ਨੈਕਸਟ ਸਟੈਪ ਦੇ ਵਿੱਚ 5 ਹੋਰ ਵੈਲਿਊਜ਼ ਮੇਰੀਆਂ ਖਤਮ ਹੋ ਗਈਆਂ, ਮੈਂ ਸਿਰਫ 5 ਵੈਲਿਊਜ਼ ਦੇ ਵਿੱਚ 5 ਨੋਡਸ ਦੇ ਵਿੱਚ ਮੈਂ ਚੈੱਕ ਕਰਨਾ ਹੈ। ਸੋ ਇਸ ਤਰ੍ਹਾਂ ਕਰਕੇ ਬਾਈਨਰੀ ਸਰਚ ਟਰੀ ਦੇ ਵਿੱਚ ਆਪਾਂ ਡਿਵਾਈਡ ਐਂਡ ਕੰਕਰ ਦੀ ਮੈਥਡ ਟੈਕਨੋਲੋਜੀ ਜਿਹੜੀ ਉਹ ਯੂਜ਼ ਕਰਦੇ ਆ। ਆਪਾਂ ਆਪਣੇ ਡਾਟਾ ਨੂੰ ਡਿਵਾਈਡ ਕਰ ਲਿਆ ਹੈ ਲੈਫਟ ਸਾਈਡ ਦੇ ਵਿੱਚ ਔਰ ਰਾਈਟ ਸਾਈਡ ਦੇ ਵਿੱਚ, ਆਪਾਂ ਮੂਵ ਕਰਾਂਗੇ ਜਾਂ ਤਾਂ ਲੈਫਟ ਸਾਈਡ ਵੱਲ ਜਾਂ ਆਪਾਂ ਰਾਈਟ ਸਾਈਡ ਵੱਲ, ਡਿਪੈਂਡਿੰਗ ਅਪੋਨ ਦਾ ਵੈਲਿਊ ਜਿਹੜੀ ਕਿ ਆਪਾਂ ਸਰਚ ਕਰ ਰਹੇ ਹਾਂ ਕਿ ਉਹ ਵੈਲਿਊ ਰੂਟ ਨੋਡ ਤੋਂ ਛੋਟੀ ਆ ਰਹੀ ਹੈ ਜਾਂ ਰੂਟ ਨੋਡ ਤੋਂ ਲਾਰਜਰ ਆ ਰਹੀ ਹੈ। ਠੀਕ, ਸੋ ਅਕੋਰਡਿੰਗਲੀ ਜਿਹੜੀ ਇਹਦੀ ਕੰਪਲੈਕਸਿਟੀ ਹੈ ਸਰਚ ਆਪਰੇਸ਼ਨ ਦੀ, ਦੈਟ ਇਜ਼ ਆਫ ਦੀ ਆਰਡਰ ਆਫ ਹਾਈਟ। ਸੋ ਇਹ ਕਿੰਨੇ ਆਪਾਂ ਨੂੰ ਸਰਚ ਆਪਰੇਸ਼ਨ ਲਗਾਉਣੇ ਪੈਣਗੇ ਉਹ ਡਿਪੈਂਡ ਕਰਦਾ ਹੈ ਹਾਈਟ ਦੇ ਉੱਪਰ ਕਿ ਸਾਰੇ ਟਰੀ ਦੀ ਹਾਈਟ ਕਿੰਨੀ ਹੈ। ਸੋ ਜੇ ਮੇਰੇ ਕੋਲ ਮੈਕਸਿਮਮ ਹਾਈਟ ਮੇਰੇ ਕੋਲ 3 ਨੋਡਸ ਪਈਆਂ ਨੇ ਤਾਂ ਮੈਂ ਮੈਕਸਿਮਮ ਕੰਪੈਰੀਜ਼ਨ ਕਿੰਨੇ ਕਰਾਂਗਾ, ਇੱਕ ਕੰਪੈਰੀਜ਼ਨ ਇਸ ਲੈਵਲ ਤੇ ਹੋਏਗਾ, ਇੱਕ ਕੰਪੈਰੀਜ਼ਨ ਇੱਥੇ ਹੋਏਗਾ, ਇਸ ਕੰਪੈਰੀਜ਼ਨ ਇੱਥੇ ਹੋਏਗਾ। ਤਾਂ ਜਿੰਨੀ ਮੇਰੀ ਹਾਈਟ ਹੈ ਉਨੇ ਹੀ ਮੇਰੇ ਕੰਪੈਰੀਜ਼ਨ ਹੋਣਗੇ। ਸੋ ਜਿਹੜਾ ਮੇਰਾ ਸਰਚ ਆਪਰੇਸ਼ਨ ਹੈ ਇਸ ਤਰ੍ਹਾਂ ਕਰਕੇ ਕਿਸ ਚੀਜ਼ ਤੇ ਡਿਪੈਂਡ ਕਰਦਾ ਹੈ, ਉਹ ਡਿਪੈਂਡ ਕਰਦਾ ਹੈ ਹਾਈਟ ਆਫ ਦੀ ਟਰੀ। ਤਾਂ ਹੀ ਆਪਾਂ ਗੱਲ ਕੀਤੀ ਸੀ ਕਿ ਬੈਲੈਂਸਡ ਹੋਣਾ ਚਾਹੀਦਾ, ਜੇ ਟਰੀ ਬੈਲੈਂਸਡ ਹੋਏਗਾ ਦੈਟ ਮੀਨਸ ਉਹਦੀ ਹਾਈਟ ਜਿਹੜੀ ਹੈ ਜਿੰਨੀ ਮਿਨੀਮਮ ਪੋਸੀਬਲ ਹੋ ਸਕਦੀ ਹੈ ਉਨੀ ਹੀ ਹੋਏਗੀ। ਠੀਕ ਹੈ, ਅਨਬੈਲੈਂਸਡ ਟਰੀ ਦੇ ਵਿੱਚ ਜਿਹੜੀ ਹਾਈਟ ਹੈ ਉਹ ਚੇਂਜ ਹੋ ਜਾਂਦੀ, ਜਿਵੇਂ ਆਪਾਂ ਪਿਛਲੀ ਸਲਾਈਡ 'ਚ ਦੇਖਿਆ। ਤਾਂ ਇਹ ਬੈਲੈਂਸਡ ਟਰੀ ਹੈ ਜਿਹਦੇ ਵਿੱਚ ਆਪਣੇ ਕੋਲ ਹਾਈਟ ਕਿਸੇ ਵੀ ਨੋਡ ਦੀ ਮੈਕਸਿਮਮ 3 ਆ ਰਹੀ ਹੈ, ਬਟ ਇਹਦੇ ਵਿੱਚ ਆਪਣੇ ਕੋਲ ਹਾਈਟ ਜਿਹੜੀ ਹੈ ਉਹ ਮੈਕਸਿਮਮ ਦੇਖੋ ਕਿੰਨੀ ਇਨਕਰੀਜ਼ ਹੋ ਗਈ। ਸੋ ਜਿਉਂ-ਜਿਉਂ ਟਰੀ ਅਨਬੈਲੈਂਸ ਹੋਈ ਜਾਏਗਾ ਉਹਦੀ ਹਾਈਟ ਇਨਕਰੀਜ਼ ਹੋਈ ਜਾਏਗੀ। ਤੇ ਕਿਉਂਕਿ ਸਰਚ ਆਪਰੇਸ਼ਨ ਹਾਈਟ ਤੇ ਡਿਪੈਂਡ ਕਰਦਾ, ਹੁਣ ਜੇ ਇੱਥੇ ਮੈਂ 4 ਨੂੰ ਫਾਈਂਡ ਆਊਟ ਕਰਨਾ ਹੈ ਤਾਂ ਮੇਰੇ ਕੋਲ ਕਿੰਨੇ ਨੰਬਰ ਆਫ ਕੰਪੈਰੀਜ਼ਨ 1 2 3 4 5 5th ਕੰਪੈਰੀਜ਼ਨ ਦੇ ਵਿੱਚ ਜਾ ਕੇ ਮੈਨੂੰ ਫਾਈਂਡ ਆਊਟ ਹੋਏਗਾ ਕਿ 4 ਜਿਹੜਾ ਹੈ ਉਹ ਇੱਥੇ ਪਿਆ। ਬਟ ਜਦੋਂ ਇਸ ਕੇਸ ਦੇ ਵਿੱਚ ਕਰਾਂਗੇ ਤਾਂ 1 2 ਔਰ ਥਰਡ ਕੰਪੈਰੀਜ਼ਨ ਦੇ ਵਿੱਚ ਜਾ ਕੇ ਹੀ ਮੈਨੂੰ ਪਤਾ ਲੱਗ ਜਾਏਗਾ ਕਿ 4 ਪ੍ਰੈਜ਼ੈਂਟ ਹੈ ਕਿ ਨਹੀਂ ਹੈ। ਸੋ ਇਸ ਤਰ੍ਹਾਂ ਕਰਕੇ ਜਿਵੇਂ ਜਿਵੇਂ ਹਾਈਟ ਆਪਣੀ ਇਨਕਰੀਜ਼ ਹੁੰਦੀ ਹੈ ਆਪਣਾ ਸਰਚਿੰਗ ਟਾਈਮ ਵੀ ਇਨਕਰੀਜ਼ ਹੁੰਦਾ ਹੈ। ਸੋ ਮਾਈ ਸਰਚਿੰਗ ਟਾਈਮ ਇਜ਼ ਡਿਪੈਂਡੈਂਟ ਅਪੋਨ ਹਾਈਟ। ਸੋ ਆਪਾਂ ਇਹ ਕਹਿੰਦੇ ਆ ਕਿ ਸਰਚਿੰਗ ਇਜ਼ ਆਫ ਦੀ ਆਰਡਰ ਆਫ h। ਨਾਓ ਸਰਚਿੰਗ ਇਜ਼ ਆਫ ਦੀ ਆਰਡਰ ਆਫ h which is equal to log n, where n is the total number of nodes। ਜੇ ਮੇਰੀਆਂ ਟੋਟਲ ਨੰਬਰ ਆਫ ਨੋਡਸ n ਹੋਣ ਤਾਂ ਹਾਈਟ ਦਾ ਜਿਹੜਾ ਐਲਗੋਰਿਦਮ ਹੈ ਮੈਂ ਕਹਿ ਰਿਹਾ ਕਿ ਮੇਰਾ ਐਲਗੋਰਿਦਮ ਆਫ ਦੀ ਆਰਡਰ ਆਫ h ਹੈ, ਜਿਹਦੀ ਵੈਲਿਊ ਨਿਕਲਦੀ ਹੈ log n ਦੇ ਬਰਾਬਰ। ਸੋ log n ਕੀ ਚੀਜ਼ ਹੈ ਇੱਥੇ, n ਹੈ ਮੇਰੀਆਂ ਟੋਟਲ ਨੰਬਰ ਆਫ ਨੋਡਸ। ਹੁਣ ਟੋਟਲ ਨੰਬਰ ਆਫ ਨੋਡਸ ਔਰ ਹਾਈਟ ਦੋਨਾਂ ਦਾ ਕੋਈ ਨਾ ਕੋਈ ਰਿਲੇਸ਼ਨ ਹੈਗਾ, ਜਿਹੜਾ ਕਿ ਆਪਾਂ ਪਹਿਲੀਆਂ ਸਲਾਈਡ ਦੇ ਵਿੱਚ ਕੀਤਾ ਸੀ। ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਪੂਰਾ ਭੁੱਲ ਗਿਆ ਹੋਏਗਾ, ਤੁਸੀਂ ਬਿਲਕੁਲ ਯਾਦ ਨਹੀਂ ਰੱਖਿਆ ਹੋਣਾ, ਪਰ ਫਿਰ ਵੀ ਚਲੋ ਮੈਂ ਤੁਹਾਨੂੰ ਦੁਬਾਰਾ ਦਿਖਾ ਦਿੰਨੇ ਆ ਕਿ ਜੇ ਮੇਰੇ ਕੋਲ n ਨੰਬਰ ਆਫ ਨੋਡ ਹੋਣ
ਤਾਂ ਮੇਰੀ ਜਿਹੜੀ ਹਾਈਟ ਦੀ ਵੈਲਿਊ ਹੋਏਗੀ that means 2 is raised to power h plus 1 minus 1. So this is the property of a binary search tree ਜਿਹੜਾ ਕਿ ਬੈਲੈਂਸਡ ਹੋਏਗਾ ਕਿ ਕਿਸੇ ਵੀ ਹਾਈਟ ਤੇ ਜੇ ਮੇਰੇ ਕੋਲ ਹਾਈਟ 3 ਹੈ ਤਾਂ 3 ਹਾਈਟ ਤੇ ਨੰਬਰ ਆਫ ਨੋਡਸ ਕਿੰਨੀਆਂ ਹੋ ਸਕਦੀਆਂ ਨੇ ਉਹ ਆਪਾਂ ਇੱਥੋਂ ਕੈਲਕੂਲੇਟ ਕਰ ਸਕਦੇ ਹਾਂ 3 plus 1 4 2 raised to power 4 minus 1 that means 4 4 ਚੌਕੇ 16 minus 1 15 ਟੋਟਲ 15 ਨੋਡਸ ਹੋਣਗੀਆਂ ਜੇ ਮੇਰੀ ਹਾਈਟ 3 ਹੋਏਗੀ ਠੀਕ ਹੈ ਸੋ 3 ਹਾਈਟ ਵਾਲੇ ਟਰੀ ਦੇ ਵਿੱਚ ਟੋਟਲ 15 ਨੋਡਸ ਹੋ ਸਕਦੀਆਂ ਹਨ ਓਕੇ ਸੋ ਉਹ ਤੁਸੀਂ ਡਰਾ ਕਰਕੇ ਕੈਲਕੂਲੇਟ ਕਰਕੇ ਵੀ ਦੇਖ ਸਕਦੇ ਹੋ ਸੋ ਇਸ ਤਰ੍ਹਾਂ ਕਰਕੇ ਜੇ ਤੁਸੀਂ ਇਸ ਫਾਰਮੂਲੇ ਦੇ ਥਰੂ ਚੱਲੀਏ ਆਪਾਂ ਤਾਂ ਇਸ ਫਾਰਮੂਲੇ ਦੇ ਥਰੂ ਆਪਾਂ ਨੂੰ ਇਹ ਪਤਾ ਹੈ ਕਿ ਟੋਟਲ ਨੰਬਰ ਆਫ ਨੋਡਸ ਐਟ ਹਾਈਟ h ਇਜ਼ ਗਿਵਨ ਬਾਈ n ਇਜ਼ ਇਕੁਅਲ ਟੂ 2 ਰੇਜ਼ ਪਾਵਰ h plus 1 minus 1 ਹੁਣ ਦੋਨੋਂ ਸਾਈਡ ਤੇ ਆਪਾਂ ਜੇ log ਲੈ ਲਈਏ ਤਾਂ ਇਧਰਲੀ ਸਾਈਡ ਵੀ log ਲੈ ਲਿਆ ਇਸ ਸਾਈਡ ਵੀ ਆਪਾਂ ਨੇ log ਲੈ ਲਿਆ ਸੋ log ਨੂੰ ਜੇ ਆਪਾਂ ਸੋਲਵ ਕਰੀਏ ਤਾਂ ਮਾਈਨਸ ਆਪਰੇਸ਼ਨ ਜਿਹੜਾ ਹੈ log ਦੇ ਨਾਲ ਇਦਾਂ ਓਪਨ ਹੋ ਜਾਏਗਾ log 2h plus 1 ਮਾਈਨਸ log 1 ਇਹਨੂੰ ਜੇ ਜਿਹੜੀ ਪਾਵਰ ਹੁੰਦੀ ਹੈ ਉਹ ਅੱਗੇ ਆ ਕੇ ਮਲਟੀਪਲਾਈ ਹੋ ਜਾਂਦੀ ਹੈ ਜਿਨ੍ਹਾਂ ਨੂੰ ਲੌਗ ਪਤਾ ਹੋਵੇ ਮੈਥਮੈਟਿਕਸ ਪੜਿਆ ਹੋਵੇ ਥੋੜਾ ਬਹੁਤਾ ਤਾਂ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੀ ਪਾਵਰ ਹੁੰਦੀ ਹੈ ਉਹ ਆਪਾਂ ਅੱਗੇ ਲਿਆ ਕੇ ਮਲਟੀਪਲਾਈ ਕਰ ਦਿੰਦੇ ਆ ਦੈਟ ਮੀਨਸ h plus 1 log 2 ਮਾਈਨਸ log 1 ਹੁਣ ਇਹਦੇ ਵਿੱਚ log 2 ਤੇ log 1 ਇਹ ਸਾਰੇ ਕੀ ਨੇ these are the constants ਠੀਕ ਹੈ ਔਰ ਇਹ +1 ਕੀ ਹੈ ਇਹ ਵੀ ਕੀ ਹੈ this is also constant ਸੋ ਜਦੋਂ ਆਪਾਂ ਗੱਲ ਕਰਦੇ ਆ ਕਿ h is equal to ਆਪਣੇ ਕੋਲ ਬਚਿਆ ਕੀ ਇਹਨੂੰ ਇਹਨਾਂ ਸਾਰਿਆਂ ਨੂੰ ਜੇ ਆਪਾਂ ਛੱਡ ਦਈਏ we can leave it because ਇਹਨਾਂ ਨਾਲ ਮੈਟਰ ਨਹੀਂ ਕਰਨਾ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਜਦੋਂ ਆਪਾਂ ਕੰਪਲੈਕਸਿਟੀ ਫਾਈਂਡ ਆਊਟ ਕਰਦੇ ਆ ਤਾਂ ਆਪਾਂ ਓਵਰ ਸਿੰਪਲੀਫਿਕੇਸ਼ਨ ਕਰਦੇ ਆ ਓਵਰ ਸਿੰਪਲੀਫਿਕੇਸ਼ਨ ਚ ਕੀ ਹੁੰਦਾ ਕਿ ਜਿੰਨੀਆਂ ਵੀ ਕਾਂਸਟੈਂਟ ਟਰਮਸ ਹੁੰਦੀਆਂ ਨੇ ਉਹ ਆਪਾਂ ਸਾਰੀਆਂ ਛੱਡ ਦਿੰਨੇ ਆ ਜਦੋਂ ਆਪਾਂ ਕਾਂਸਟੈਂਟ ਟਰਮ ਛੱਡਤੀਆਂ ਤਾਂ ਆਪਣੇ ਕੋਲ ਕੀ ਬਚਿਆ ਪਿੱਛੇ ਇਧਰਲੇ ਪਾਸੇ h ਬਚ ਗਿਆ ਤੇ ਇਧਰਲੇ ਪਾਸੇ log n ਬਚ ਗਿਆ ਤੇ ਆਪਾਂ ਕਹਿ ਸਕਦੇ ਹਾਂ ਕਿ ਮੇਰਾ h ਜਿਹੜਾ ਹੈ ਹਾਈਟ ਦੀ ਵੈਲਿਊ ਜਿਹੜੀ ਹੈ ਉਹ log n ਦੇ ਬਰਾਬਰ ਹੈ which is the time complexity of search operation and we say it that of the order of h means log n ਸੋ ਇਹ ਜਿਹੜਾ ਆਪਣਾ ਆਪਰੇਸ਼ਨ ਹੈ ਉਹ ਲੋਗਰਿਥਮਿਕ ਹੈ ਠੀਕ ਸੋ ਜਿਹੜਾ ਵੀ ਸਰਚ ਆਪਰੇਸ਼ਨ ਹੈ that is a logarithmic operation which is very much ਇਹਨੂੰ ਆਪਾਂ ਬਹੁਤ ਵਧੀਆ ਮੰਨਦੇ ਆ ਕਾਂਸਟੈਂਟ ਆਪਰੇਸ਼ਨਸ ਤੋਂ ਬਾਅਦ ਜਿਹੜਾ ਵੈਰੀ ਨੈਕਸਟ ਆਪਰੇਸ਼ਨ ਵਧੀਆ ਮੰਨਿਆ ਜਾਂਦਾ ਹੈ ਉਹ ਨੰਬਰ ਉਹ ਹੈ log n ਉਸ ਤੋਂ ਬਾਅਦ ਆਂਦਾ ਹੈ n log n ਫਿਰ ਆਪਣਾ ਆਂਦਾ ਹੈ n ਸੋ ਜੇ ਆਪਾਂ ਲੀਨੀਅਰ ਸਰਚ ਕਰਦੇ ਆ ਤਾਂ ਆਪਾਂ n ਜਿਹੜਾ ਕਿ ਹੈਗਾ ਸਿੰਗਲ ਪੋਲੀਨੋਮੀਅਲ ਹੈ ਸਿੰਗਲ ਵੈਲਿਊ ਸਿੰਗਲ ਡਿਗਰੀ ਪੋਲੀਨੋਮੀਅਲ ਉਹ ਆਪਰੇਸ਼ਨ ਉਹਦੀ ਕੰਪਲੈਕਸਿਟੀ ਹੈ ਔਰ ਜੇ ਆਪਾਂ ਬਾਈਨਰੀ ਟਰੀ ਬਣਾ ਦਿੰਦੇ ਆ ਤਾਂ ਆਪਣੇ ਕੰਪਲੈਕਸਿਟੀ ਜਿਹੜੀ ਹੈ log n ਹੈ which is much better than ਪੋਲੀਨੋਮੀਅਲ ਕੰਪਲੈਕਸਿਟੀ ਠੀਕ ਸੋ ਇਸ ਕਰਕੇ ਆਪਾਂ ਲਿੰਕ ਲਿਸਟ ਦੈਟਸ ਵਾਈ ਆਪਾਂ ਲਿੰਕ ਲਿਸਟ ਦੀ ਬਜਾਏ ਆਪਾਂ ਟਰੀਜ਼ ਕ੍ਰੀਏਟ ਕੀਤੇ ਬਟ ਇਹ ਸਾਰਾ ਬੈਨੀਫਿਟ ਤਾਂ ਹੋਏਗਾ ਜੇ ਟਰੀਜ਼ ਜਿਹੜੇ ਨੇ ਉਹ ਬੈਲੈਂਸਡ ਹੋਣਗੇ ਜੇ ਜਦੋਂ ਹੀ ਉਹ ਇਨਬੈਲੈਂਸ ਹੋਏ ਤਾਂ ਇਹ ਸਾਰਾ ਬੈਨੀਫਿਟ ਜਿਹੜਾ ਆਪਣਾ ਹੈਗਾ ਉਹ ਖਤਮ ਹੋ ਜਾਏਗਾ ਸੋ ਆਈ ਹੋਪ ਕਿ ਕਲੀਅਰ ਹੋਏਗਾ ਕਿ ਸਰਚਿੰਗ ਆਪਰੇਸ਼ਨ log n ਕਿਉਂ ਹੈ ठीक है so time complexity of search operation is logarithmic and increases in the number of nodes जो number of nodes ਵਧਣਗੀਆਂ complexity ਜਿਹੜੀ ਉਹਦੀ height ਹੈ ਉਹ logarithmic ਵਧੇਗੀ means searching time ਜਿਹੜਾ ਹੈ which is equal to searching time so searching time ਵੀ ਆਪਣਾ ਉਸੇ ਹਿਸਾਬ ਨਾਲ ਵਧੇਗਾ ਜਿਉਂ ਹਾਈਟ ਵਧੇਗੀ ਤਿਉਂ ਆਪਣਾ ਸਰਚਿੰਗ ਟਾਈਮ ਵਧੇਗਾ ਸੋ ਜੇ ਇੱਕ ਨੋਡ ਐਡ ਕਰਨ ਨਾਲ ਮੇਰੀ ਟਰੀ ਦੀ ਹਾਈਟ ਤੇ ਕੋਈ ਫਰਕ ਨਹੀਂ ਪੈਂਦਾ ਤਾਂ ਮੇਰਾ ਸਰਚਿੰਗ ਟਾਈਮ ਵੀ ਸੇਮ ਰਹਿ ਜਾਂਦਾ ਹੈ ਠੀਕ ਫੋਰ ਐਗਜ਼ਾਮਪਲ ਜੇ ਮੇਰੇ ਕੋਲ ਆਲਰੇਡੀ ਆ ਮੇਰਾ ਐਗਜ਼ਿਸਟਿੰਗ ਟਰੀ ਹੈਗਾ ਆ ਔਰ ਮੈਂ ਇੱਕ ਨਵੀਂ ਨੋਡ ਐਡ ਕਰਦਾ ਤਾਂ ਉਹ ਨੋਡ ਮੰਨ ਲਓ ਇੱਥੇ ਐਡ ਹੁੰਦੀ ਹੈ ਤਾਂ ਮੇਰੇ ਟਰੀ ਦੀ ਹਾਈਟ ਜਿਹੜੀ ਉਹ ਚੇਂਜ ਨਹੀਂ ਹੋਈ ਠੀਕ ਸੋ ਜਦੋਂ ਹਾਈਟ ਚੇਂਜ ਜਦ ਤੱਕ ਮੇਰੀ ਟਰੀ ਦੀ ਹਾਈਟ ਚੇਂਜ ਨਹੀਂ ਹੁੰਦੀ ਸਰਚਿੰਗ ਟਾਈਮ ਸੇਮ ਰਹਿਣਾ ਭਾਵੇਂ ਉਹ ਪਹਿਲਾਂ 4 ਨੰਬਰ ਆਫ ਨੋਡ ਸੀ ਹੁਣ ਜੇ 5 ਆ ਗਈਆਂ ਤਾਂ ਵੀ ਸੇਮ ਰਹਿਣਾ ਜੇ 6 ਆ ਗਈਆਂ ਤਾਂ ਵੀ ਉਹੀ ਸਰਚਿੰਗ ਟਾਈਮ ਰਹਿਣਾ ਜੇ 7 ਆ ਗਈਆਂ ਤਾਂ ਵੀ ਉਹੀ ਸਰਚਿੰਗ ਟਾਈਮ ਰਹਿਣਾ ਜਦੋਂ ਇੱਕ ਲੈਵਲ ਭਰ ਗਿਆ ਜਿਉਂ ਹਾਈਟ ਚੇਂਜ ਹੋਏਗੀ ਤਾਂ ਮੇਰਾ ਸਰਚਿੰਗ ਟਾਈਮ ਜਿਹੜਾ ਉਹ ਇਨਕਰੀਜ਼ ਹੋਏਗਾ ਔਰ ਉਹ ਵੀ ਬਹੁਤ ਸਲੋਲੀ ਇਨਕਰੀਜ਼ ਹੋਏਗਾ ਫਿਰ ਠੀਕ ਹੈ ਸੋ ਇਸ ਤਰ੍ਹਾਂ ਕਰਕੇ ਜਿਹੜਾ ਆਪਣਾ ਸਰਚਿੰਗ ਆਪਰੇਸ਼ਨ ਹੈ ਉਹ ਬਾਈਨਰੀ ਸਰਚ ਟਰੀ ਦੇ ਵਿੱਚ ਬਹੁਤ ਹੀ ਘੱਟ ਸਮੇਂ ਦੇ ਵਿੱਚ ਆਪਾਂ ਨੂੰ ਆਪਣੀ ਵੈਲਿਊਜ਼ ਨੂੰ ਫਾਈਂਡ ਆਊਟ ਕਰਨ ਦੇ ਵਿੱਚ ਹੈਲਪ ਕਰਦਾ ਹੈ ਬਿਕੋਜ਼ ਇਹਦੀ ਜਿਹੜੇ ਆਪਰੇਸ਼ਨ ਦੀ ਕੰਪਲੈਕਸਿਟੀ ਨਿਕਲ ਕੇ ਆਈ ਹੈ that is log n
ठीक है, ये अपने सूडो कोड ने ਜਿਹੜੇ ਕਿ ਸਰਚਿੰਗ ਆਪਰੇਸ਼ਨ 'ਚ ਕੰਮ ਕਰ ਸਕਦੇ ਨੇ। ਜਿਵੇਂ ਕਿ ਮੈਂ ਇਨਪੁਟ ਦਵਾਂਗਾ ਕੋਈ ਨੋਡ ਤੇ ਕੋਈ ਐਲੀਮੈਂਟ ਜਿਹੜਾ ਮੈਂ ਫਾਈਂਡ ਆਊਟ ਕਰਨਾ ਹੈ। ਜੇ ਤਾਂ ਨੋਡ ਐਮਪਟੀ ਹੈ, ਦੈਟ ਮੀਨਸ ਟਰੀ ਦੇ ਵਿੱਚ ਕੋਈ ਵੀ ਨੋਡ ਨਹੀਂ ਹੈਗੀ, ਨਲ ਹੈ, ਤਾਂ ਆਪਾਂ ਕੀ ਕਰਾਂਗੇ, ਕਨਕਲੂਡ ਕਿ ਕੁਝ ਵੀ ਆਪਾਂ ਨੂੰ ਨਹੀਂ ਮਿਲਿਆ, ਕਿਉਂਕਿ ਟਰੀ ਨਹੀਂ ਐਗਜ਼ਿਸਟ ਕਰ ਰਿਹਾ ਤਾਂ ਵੈਲਿਊ ਕਿੱਥੋਂ ਮਿਲੇਗੀ। ਨਹੀਂ ਤਾਂ ਕੀ ਪੋਸੀਬਿਲਿਟੀ ਹੈ ਕਿ ਨੋਡ ਦੀ ਵੈਲਿਊ ਜੋ ਆਪਾਂ ਐਲੀਮੈਂਟ ਲੱਭ ਰਹੇ ਹਾਂ ਉਹਦੇ ਬਰਾਬਰ ਹੈ, ਤਾਂ ਆਪਾਂ ਪ੍ਰਿੰਟ ਕਰਾਂਗੇ ਕਿ ਵੈਲਿਊ ਮਿਲ ਗਈ। ਅਦਰਵਾਈਜ਼ ਜੇ ਐਲੀਮੈਂਟ ਦੀ ਵੈਲਿਊ ਨੋਡ ਦੀ ਵੈਲਿਊ ਤੋਂ, ਨੋਡ ਦੀ ਕੀ ਵੈਲਿਊ ਤੋਂ ਘੱਟ ਹੈ, ਤਾਂ ਆਪਾਂ ਲੈਫਟ ਸਾਈਡ ਤੇ ਸਰਚ ਕਰਨਾ ਹੈ, ਨਹੀਂ ਤਾਂ ਆਪਾਂ ਰਾਈਟ ਸਾਈਡ ਤੇ ਸਰਚ ਕਰਨਾ ਹੈ। ਸੋ ਇਹ ਜਿਹੜਾ ਐਲਗੋਰਿਦਮ ਲਿਖਿਆ, ਦਿਸ ਇਜ਼ ਰਿਕਰਸਿਵ ਐਲਗੋਰਿਦਮ, ਜਿਹੜਾ ਕਿ ਤੁਸੀਂ ਕਨਵਰਟ ਕਰ ਸਕਦੇ ਹੋ ਆਈਟਰੇਟਿਵ ਐਲਗੋਰਿਦਮ ਦੇ ਵਿੱਚ ਵੀ। ਠੀਕ ਹੈ, ਸੋ ਇਸ ਦੇ ਸਰਚਿੰਗ ਆਪਰੇਸ਼ਨ ਦੇ ਆਈਟਰੇਟਿਵ ਐਲਗੋਰਿਦਮ ਵੀ ਹੈ, ਸਰਚਿੰਗ ਆਪਰੇਸ਼ਨ ਦਾ ਰਿਕਰਸਿਵ ਐਲਗੋਰਿਦਮ ਵੀ ਹੈ। ਸੋ ਰਿਕਰਸਿਵ ਐਲਗੋਰਿਦਮ ਦੀ ਐਗਜ਼ਾਮਪਲ ਮੈਂ ਦੇਤੀ। ਆਈਟਰੇਟਿਵ ਐਲਗੋਰਿਦਮ ਆਈ ਹੋਪ ਕਿ ਤੁਸੀਂ ਈਜ਼ੀਲੀ ਕ੍ਰੀਏਟ ਕਰ ਸਕਦੇ ਹੋ ਯੂਜ਼ਿੰਗ ਟ੍ਰੈਵਰਸਲ। ਆਪਾਂ ਇੱਕ ਟ੍ਰੈਵ ਵੇਰੀਏਬਲ ਰੱਖਾਂਗੇ, ਉਹਨੂੰ ਰੂਟ ਤੋਂ ਸਟਾਰਟ ਕਰ ਲਾਂਗੇ, ਲੈਫਟ ਸਾਈਡ ਮੂਵ ਕਰੀ ਜਾਣਾ ਜਾਂ ਰਾਈਟ ਸਾਈਡ ਮੂਵ ਕਰੀ ਜਾਣਾ, ਡਿਪੈਂਡਿੰਗ ਅਪੋਨ ਕਿ ਆਪਾਂ ਦੀ ਵੈਲਿਊ ਜਿਹੜੀ ਉਹ ਛੋਟੀ ਹੈ ਕੀ ਵੈਲਿਊ ਤੋਂ, ਰੂਟ ਦੀ ਵੈਲਿਊ ਤੋਂ, ਜਾਂ ਉਸ ਤੋਂ ਵੱਡੀ ਹੈ। ਠੀਕ, ਸੋ ਅਕੋਰਡਿੰਗਲੀ ਆਪਾਂ ਮੂਵ ਕਰੀ ਜਾਵਾਂਗੇ। ਤੋ ਇਹ ਜਿਹੜਾ ਆਈਟਰੇਟਿਵ ਆਪਰੇਸ਼ਨ ਹੈ, ਆਈ ਥਿੰਕ ਮੈਂ ਪਹਿਲਾਂ ਵੀ ਡਿਸਕਸ ਕਰ ਲਿਆ ਹੋਇਆ। ਜੇ ਨਹੀਂ ਵੀ ਕੀਤਾ ਦੈਨ ਇਟ ਇਜ਼ ਯੂਅਰ ਡਿਊਟੀ ਨਾਓ ਟੂ ਫਾਈਂਡ ਆਊਟ ਦਾ ਆਈਟਰੇਟਿਵ ਸੋਲੂਸ਼ਨ ਆਫ ਦਿਸ ਪਾਰਟਿਕੂਲਰ ਪ੍ਰੋਬਲਮ, ਕਿ ਜੇ ਆਪਾਂ ਸਰਚਿੰਗ ਕਰਨੀ ਹੈ ਤਾਂ ਆਈਟਰੇਟਿਵ ਵੇ ਦੇ ਨਾਲ ਕਿਵੇਂ ਹੋਏਗੀ ਵਿਦਆਊਟ ਯੂਜ਼ਿੰਗ ਰਿਕਰਜਨ। ਠੀਕ ਹੈ, ਰਿਕਰਜਨ ਤੋਂ ਬਿਨਾ। ਦੈਨ ਇਨ ਆਰਡਰ ਟ੍ਰੈਵਰਸਲ ਜਿਹੜੀ ਹੈ ਉਹ ਆਪਾਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਇਨ ਆਰਡਰ ਟ੍ਰੈਵਰਸਲ ਜਿਹੜੀ ਹੈ ਉਹ ਛੋਟੀ ਐਲੀਮੈਂਟ ਤੋਂ ਲੈ ਕੇ ਵੱਡੇ ਐਲੀਮੈਂਟ ਤੱਕ ਵੈਲਿਊਜ਼ ਨੂੰ ਪ੍ਰਿੰਟ ਕਰੇਗੀ। ਦੈਟ ਮੀਨਸ ਦਿਸ ਇਜ਼ ਆਲਸੋ ਅ ਸੌਰਟਿੰਗ ਐਲਗੋਰਿਦਮ। ਦਿਸ ਇਜ਼ ਆਲਸੋ ਵਨ ਆਫ ਦਾ ਸੌਰਟਿੰਗ ਐਲਗੋਰਿਦਮ। ਜਦੋਂ ਆਪਾਂ ਵੈਲਿਊਜ਼ ਨੂੰ ਸੌਰਟ ਕਰਨਾ ਹੋਵੇ ਤਾਂ ਆਪਾਂ ਵੈਲਿਊਜ਼ ਨੂੰ ਲੈ ਕੇ ਉਹਨਾਂ ਦਾ ਕੀ ਬਣਾ ਲਾਂਗੇ, ਬਾਈਨਰੀ ਸਰਚ ਟਰੀ ਬਣਾ ਲਾਂਗੇ। ਜਦੋਂ ਬਾਈਨਰੀ ਸਰਚ ਟਰੀ ਬਣ ਗਿਆ ਤਾਂ ਉਹਦੀ ਇਨ ਆਰਡਰ ਟ੍ਰੈਵਰਸਲ ਕਰਾਂਗੇ, ਜਿਹਦੇ ਨਾਲ ਆਪਣੇ ਕੋਲ ਕੀ ਆਏਗਾ, ਵੀ ਵਿਲ ਗੈਟ ਦਾ ਵੈਲਿਊਜ਼ ਇਨ ਦਾ ਸੌਰਟਡ ਆਰਡਰ। ਠੀਕ ਹੈ, ਸਮਾਲੈਸਟ ਟੂ ਆਪਾਂ ਨੂੰ ਵੈਲਿਊਜ਼ ਮਿਲਣਗੀਆਂ ਸਮਾਲੈਸਟ ਟੂ ਲਾਰਜੈਸਟ। ਓਕੇ, ਸੋ ਜਿਵੇਂ ਇਸ ਟਰੀ ਦੇ ਵਿੱਚ ਜੇ ਆਪਾਂ ਇਨ ਆਰਡਰ ਟ੍ਰੈਵਰਸਲ ਕਰੀਏ ਤਾਂ ਆਪਾਂ ਜਿਹੜਾ ਫਲੈਗ ਹੈ ਉਹ ਲਗਾਉਣਾ ਹੈ ਸੈਂਟਰ ਦੇ ਵਿੱਚ। ਓਕੇ, ਸੈਂਟਰ 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 ਸੈਂਟਰ। ਠੀਕ ਹੈ, ਸੋ ਇਨ ਆਰਡਰ ਟ੍ਰੈਵਰਸਲ ਜਦੋਂ ਆਪਾਂ ਕਰਾਂਗੇ ਇਸ ਸਾਈਡ ਤੋਂ ਸ਼ੁਰੂ ਹੋਏਗਾ। ਸਭ ਤੋਂ ਪਹਿਲਾਂ 2 ਆ ਗਿਆ, ਫਿਰ ਆਪਣੇ ਕੋਲ 3 ਆ ਗਿਆ, ਫਿਰ ਆਪਣੇ ਕੋਲ 4 ਆ ਗਿਆ, ਫਿਰ 6 ਆ ਗਿਆ, ਫਿਰ 7 ਆ ਗਿਆ, 7 ਤੋਂ ਬਾਅਦ 9, 9 ਤੋਂ ਬਾਅਦ 13, 13 ਤੋਂ ਬਾਅਦ 15, 15 ਤੋਂ ਬਾਅਦ 17, 18, 20 ਐਂਡ ਫਾਈਨਲੀ। ਸੋ ਜਿੰਨੀਆਂ ਵੀ ਇਹ ਵੈਲਿਊਜ਼ ਹੈ ਇਹ ਆਪਾਂ ਨੂੰ ਸਮਾਲੈਸਟ ਟੂ ਲਾਰਜੈਸਟ ਆਪਾਂ ਨੂੰ ਮਿਲ ਗਈਆਂ। ਹੁਣ ਜੇ ਇਸੇ ਟਰੀ ਦੇ ਵਿੱਚੋਂ ਮੈਂ ਲਾਰਜੈਸਟ ਟੂ ਸਮਾਲੈਸਟ ਫਾਈਂਡ ਆਊਟ ਕਰਨਾ ਹੈ, ਮੈਨੂੰ ਆਰਡਰ ਜਿਹੜਾ ਚਾਹੀਦਾ ਹੈ ਦੈਟ ਇਜ਼ ਫਰੋਮ ਲਾਰਜੈਸਟ ਟੂ ਸਮਾਲੈਸਟ, ਫਿਰ ਮੇਰੀ ਟ੍ਰੈਵਰਸਲ ਕਿਸ ਤਰ੍ਹਾਂ ਹੋਏਗੀ, ਕਿਹੜੀ ਟ੍ਰੈਵਰਸਲ ਕਰਾਂਗੇ, ਬੋਲੋ ਫਟਾਫਟ। रिवर्स रिवर्स पोस्ट ऑर्डर। ਰਿਵਰਸ ਇਨ ਆਰਡਰ ਦਾ ਰਿਵਰਸ ਹੀ। ਹਾਂ, ਰਿਵਰਸ ਇਨ ਆਰਡਰ। ਰਿਵਰਸ ਇਨ ਆਰਡਰ ਦੇ ਵਿੱਚ ਕੀ ਹੋਏਗਾ, ਇਨ ਆਰਡਰ ਦੇ ਵਿੱਚ ਛੋਟੀ ਤੋਂ ਵੱਡੀ ਤੱਕ ਆ ਜੂ, ਉਹਦਾ ਰਿਵਰਸ ਆਪਾਂ ਕਰ ਇਧਰੋਂ ਦਾਂਗੇ। ਕਲੈਕਸ਼ਨ ਸ਼ੁਰੂ ਕਰਾਂਗੇ। ਪਹਿਲਾਂ ਇਹ ਵਾਲੀ, ਫਿਰ ਇਹ ਵਾਲੀ, ਫਿਰ ਇਹ ਵਾਲੀ। ਪਹਿਲਾਂ 20 ਆ ਗਿਆ, 18 ਆ ਗਿਆ, 17, ਦੈਨ 15, 15 ਤੋਂ ਬਾਅਦ 13, 13 ਤੋਂ ਬਾਅਦ 19, 19 ਤੋਂ ਬਾਅਦ 7, 7 ਤੋਂ ਬਾਅਦ 6, 6 ਤੋਂ ਬਾਅਦ 4, 4 ਤੋਂ ਬਾਅਦ 3, 3 ਤੋਂ ਬਾਅਦ 2। ਸੋ ਦਿਸ ਇਜ਼ ਵਨ ਆਫ ਦਾ ਸੌਰਟਿੰਗ ਐਲਗੋਰਿਦਮ। ਤੁਹਾਨੂੰ ਪਤਾ ਹੈ ਸੌਰਟਿੰਗ ਐਲਗੋਰਿਦਮ ਕਿੰਨੇ ਨੇ? there are more than 600 sorting algorithm। ਕੋਈ ਤੁਹਾਡੇ ਕੋਲ ਵੈਲਿਊਜ਼ ਪਈਆਂ ਨੇ, ਉਹਨਾਂ ਨੂੰ ਤੁਸੀਂ ਸੌਰਟ ਕਰਨਾ ਹੈ ਤਾਂ ਦੁਨੀਆ ਦੇ ਵਿੱਚ 600 ਤੋਂ ਵੱਧ ਐਲਗੋਰਿਦਮ ਆ ਜਿਹੜੇ ਸੌਰਟ ਕਰਦੇ ਆ। ਉਹਨਾਂ ਦੇ ਵਿੱਚੋਂ ਇੱਕ ਐਲਗੋਰਿਦਮ ਇਹ ਵੀ ਹੈ ਕਿ ਜਿਹੜੀਆਂ ਤੁਸੀਂ ਵੈਲਿਊ ਤੁਹਾਨੂੰ ਮਿਲੀਆਂ ਹੋਈਆਂ ਨੇ ਉਹਨਾਂ ਦਾ ਬਾਈਨਰੀ ਸਰਚ ਟਰੀ ਬਣਾ ਲਓ, ਔਰ ਬਾਈਨਰੀ ਸਰਚ ਟਰੀ ਬਣਾ ਕੇ ਉਹਨੂੰ ਜੇ ਤੁਸੀਂ ਇਨ ਆਰਡਰ ਟ੍ਰੈਵਰਸਲ ਕਰੋਗੇ ਤਾਂ ਉਹ ਸਮਾਲੈਸਟ ਟੂ ਲਾਰਜੈਸਟ ਸੌਰਟ ਹੋ ਜਾਏਗਾ। ਜੇ ਆਪਣਾ ਰਿਵਰਸ ਇਨ ਆਰਡਰ ਕਰੋਗੇ ਤਾਂ ਸਮਾਲੈਸਟ ਲਾਰਜੈਸਟ ਟੂ ਸਮਾਲੈਸਟ ਆਪਣੇ ਕੋਲ ਸੌਰਟਿੰਗ ਆਰਡਰ ਦੇ ਵਿੱਚ ਉਹ ਵੈਲਿਊਜ਼ ਆ ਜਾਣਗੀਆਂ। ਇਜ਼ ਦੈਟ ਕਲੀਅਰ? ਸੋ ਦਿਸ ਇਜ਼ ਵਨ ਆਫ ਦਾ ਐਪਲੀਕੇਸ਼ਨ ਆਫ ਬਾਈਨਰੀ ਸਰਚ ਟਰੀ। ਜਿਵੇਂ ਕਿ ਆਪਾਂ ਪਿਛਲੀਆਂ ਐਪਲੀਕੇਸ਼ਨ ਕੀਤੀਆਂ, ਆਪਾਂ ਐਕਸਪ੍ਰੈਸ਼ਨ ਟਰੀ ਬਣਾ ਲਿਆ, ਆਪਾਂ ਹਫਮੈਨ ਕੋਡਿੰਗ ਕਰ ਲਈ। ਜਿਹੜੀ ਥਰਡ ਐਪਲੀਕੇਸ਼ਨ ਹੈ ਉਹਦੀ ਸੌਰਟਿੰਗ ਦੀ ਹੈ ਕਿ ਆਪਾਂ ਉਹਦੇ ਨਾਲ ਵੈਲਿਊਜ਼ ਨੂੰ ਸੌਰਟ ਵੀ ਕਰ ਸਕਦੇ ਹਾਂ। ਠੀਕ, ਦੈਨ ਆਪਣੇ ਕੋਲ ਇਹ ਹੈ ਮਿਨੀਮਮ ਵੈਲਿਊ ਫਾਈਂਡ ਆਊਟ ਕਰਨ ਦਾ। ਓਕੇ, ਸੋ ਵੀ ਵਾਂਟ ਟੂ ਫਾਈਂਡ ਆਊਟ ਮਿਨੀਮਮ ਵੈਲਿਊ। ਹੁਣ ਕਿਸੇ ਟਰੀ ਦੀ ਮਿਨੀਮਮ ਵੈਲਿਊ ਕਿਸ ਤਰ੍ਹਾਂ ਫਾਈਂਡ ਆਊਟ ਹੋਏਗੀ? ਫੋਰ ਐਗਜ਼ਾਮਪਲ ਜਿਵੇਂ ਆਹ ਟਰੀ ਹੈ, ਇਹਦੇ ਵਿੱਚ ਮਿਨੀਮਮ ਵੈਲਿਊ ਕਿੱਥੇ ਪਈ ਹੈ?
ਲੈਫਟ ਸਾਈਡ ਜੀ। what is the minimum value? The leftmost value is the minimum value। ਠੀਕ ਹੈ, ਇਹੀ ਹੈ ਆਪਣੇ ਕੋਲ minimum value ਕਿ ਹੋਰ ਵੀ ਕੋਈ ਹੈ, ਕੋਈ ਹੋਰ ਕੇਸ ਬਣਦਾ? ਸੋ ਜੇ ਮੇਰੇ ਕੋਲ ਰੂਟ ਦੀ ਵੈਲਿਊ ਪਤਾ ਹੋਵੇ, ਠੀਕ ਹੈ, ਰੂਟ ਦਾ ਐਡਰੈਸ ਆਪਣੇ ਕੋਲ ਹੋਵੇ, ਤਾਂ ਮੈਂ ਮਿਨੀਮਮ ਵੈਲਿਊ ਵਾਲੀ ਨੋਡ ਦਾ ਐਡਰੈਸ ਕਿਵੇਂ ਕੈਲਕੂਲੇਟ ਕਰਾਂਗਾ? ਇੱਥੇ ਤੱਕ ਕਿਵੇਂ ਪਹੁੰਚਾਂਗੇ? How can we find the minimum value? ਰੂਟ ਦੇ ਲੈਫਟ ਚ ਜਾਈ ਜਾਣਾ ਜੀ, ਜਿੰਨਾ ਚਿਰ ਲੈਫਟ, ਨਲ ਨਹੀਂ ਹੁੰਦਾ ਜੀ। ਬਿਲਕੁਲ ਠੀਕ ਹੈ। ਆਪਾਂ ਟਰੈਵ ਸਟਾਰਟ ਕਰਾਂਗੇ ਰੂਟ ਤੋਂ, ਕੀ ਲਿਖਾਂਗੇ? ਵਾਈਲ ਟਰੈਵ ਇਜ਼ ਨਾਟ ਟਰੈਵ ਦਾ ਲੈਫਟ ਇਜ਼ ਨਾਟ ਇਕੁਅਲ ਟੂ ਨਲ। ਕੀ ਕਰਨਾ ਹੈ? ਕੀ ਕਰਨਾ ਹੈ? ਟਰੈਵ ਦੇ ਲੈਫਟ ਨੂੰ ਟਰੈਵ ਚ ਪਾ ਦੇਣਾ ਜੀ। ਟਰੈਵ ਇਜ਼ ਇਕੁਅਲ ਟੂ ਟਰੈਵ ਟਰੈਵ ਦਾ ਲੈਫਟ। ਟਰੈਵ ਦਾ ਲੈਫਟ ਹੀ। ਓਕੇ, ਸੋ ਜਦੋਂ ਆ ਲੂਪ ਖਤਮ ਹੋਏਗੀ ਤਾਂ ਕੀ ਹੋਏਗਾ ਆਪਣੇ ਕੋਲ? ਟਰੈਵ ਕਿਹਨੂੰ ਪੁਆਇੰਟ ਕਰ ਰਿਹਾ ਹੋਏਗਾ? ਸਰ 2 ਨੂੰ ਜੀ, ਜਮਾ ਲਾਸਟ। ਆਪਾਂ ਲਿਖਾਂਗੇ ਸੀ ਆਊਟ ਟਰੈਵ ਵੈਲਿਊ। ਓਕੇ, ਕੀ ਹੋਏਗਾ ਇਹਦੇ ਨਾਲ? ਟਰੈਵ ਇੱਥੋਂ ਸਟਾਰਟ ਹੋ ਗਿਆ, ਠੀਕ ਹੈ। ਟਰੈਵ ਦਾ ਲੈਫਟ, ਟਰੈਵ ਲੈਫਟ ਇਜ਼ ਨਾਟ ਇਕੁਅਲ ਟੂ ਨਲ। ਟਰੈਵ ਦੀ ਲੈਫਟ ਸਾਈਡ ਨਲ ਨਹੀਂ ਹੈ, ਸੋ ਟਰੈਵ ਕਿੱਥੇ ਜਾਏਗਾ? ਟਰੈਵ ਇੱਥੇ ਆ ਗਿਆ। ਫਿਰ ਇਹਦੀ ਲੈਫਟ ਸਾਈਡ ਨਲ ਨਹੀਂ ਹੈ, ਟਰੈਵ ਇੱਥੇ ਆ ਗਿਆ, ਠੀਕ ਹੈ। ਫਿਰ ਇਹਦੀ ਲੈਫਟ ਸਾਈਡ ਨਲ ਨਹੀਂ ਹੈ, ਟਰੈਵ ਇੱਥੇ ਆ ਗਿਆ। ਫਿਰ ਇਹਦੀ ਲੈਫਟ ਸਾਈਡ ਨਲ ਹੈ, ਠੀਕ ਹੈ ਨਾ, ਲੈਫਟ ਸਾਈਡ ਤੇ ਨਲ ਹੈ ਤੇ ਅੱਗੇ ਕੋਈ ਲਿੰਕ ਨਹੀਂ ਹੈਗਾ, ਤਾਂ ਆਪਣੀ ਲੂਪ ਜਿਹੜੀ ਆ ਉਹ ਬ੍ਰੇਕ ਹੋ ਗਈ। ਜਦੋਂ ਲੂਪ ਬ੍ਰੇਕ ਹੋ ਗਈ ਤਾਂ ਟਰੈਵ ਕਿਹਨੂੰ ਪੁਆਇੰਟ ਕਰ ਰਿਹਾ? ਮਿਨੀਮਮ ਵੈਲਿਊ ਵਾਲੀ ਨੋਡ ਨੂੰ। ਤਾਂ ਆਪਾਂ ਉਹਨੂੰ ਪ੍ਰਿੰਟ ਕਰਾ ਸਕਦੇ ਹਾਂ ਸੀ ਆਊਟ ਟਰੈਵ ਵੈਲਿਊ। ਮਿਨੀਮਮ ਵੈਲਿਊ ਜਿਹੜੀ 2 ਹੈ ਉਹ ਪ੍ਰਿੰਟ ਹੋ ਜਾਏਗੀ, ਜਾਂ ਜੇ ਆਪਾਂ ਨੂੰ ਐਡਰੈਸ ਚਾਹੀਦਾ ਹੈ ਤਾਂ ਆਪਾਂ ਟਰੈਵ ਨੂੰ ਰਿਟਰਨ ਕਰ ਦਾਂਗੇ। ਵੀ ਕੈਨ ਯੂਜ਼ ਦਾ ਐਡਰੈਸ ਆਲਸੋ, ਕਿ ਟਰੈਵ ਦੇ ਵਿੱਚ ਆਪਣੇ ਕੋਲ ਐਡਰੈਸ ਪਿਆ ਔਰ ਟਰੈਵ ਦੀ ਵੈਲਿਊ ਦੇ ਵਿੱਚ ਆਪਣੇ ਕੋਲ ਵੈਲਿਊ ਪਈ ਹੈ। ਆਈ ਹੋਪ ਇਟ ਇਜ਼ ਕਲੀਅਰ। ਸਿੰਪਲ 3 ਲਾਈਨਾਂ ਦੇ ਵਿੱਚ ਆਪਾਂ ਫਾਈਂਡ ਆਊਟ ਕਰ ਸਕਦੇ ਹਾਂ ਕਿ ਮਿਨੀਮਮ ਵੈਲਿਊ ਕਿੱਥੇ ਪਈ ਹੈ, ਠੀਕ। ਔਰ ਮੈਕਸਿਮਮ ਵੈਲਿਊ, ਜੇ ਆਪਾਂ ਮੈਕਸਿਮਮ ਫਾਈਂਡ ਆਊਟ ਕਰਨਾ ਹੋਵੇ, ਬਾਈ ਟਰੈਵ ਦਾ ਰਾਈਟ Right, ਨਾਲ sir. ਵੈਰੀ ਨਹੀਂ ਗੁੱਡ। ਹੋ ਆਪਾਂ ਜਾਂਦੀ। ਕਿੱਧਰ ਨੂੰ ਜਾਵਾਂਗੇ? ਆਪਾਂ ਕੀ Right ਚੇਂਜ side. ਕਰਾਂਗੇ Right ਸਾਰੇ side. ਪ੍ਰੋਗਰਾਮ ਦੇ ਵਿੱਚ? ਲੈਫਟ ਦੀ ਥਾਂ ਤੇ ਇੱਥੇ ਕੀ ਲਿਖਾਂਗੇ? ਰਾਈਟ ਰਾਈਟ Right. ਬਸ ਆ 2 ਥਾਵਾਂ ਤੇ ਚੇਂਜ ਹੋਣੀ ਹੈ ਆਪਣੀ। ਇੱਥੇ ਲਿਖਾਂਗੇ ਰਾਈਟ, ਇੱਥੇ ਵੀ ਲਿਖਾਂਗੇ ਰਾਈਟ। ਓਕੇ, ਸੋ ਇਹਦੇ ਨਾਲ ਆਪਣਾ ਜਿਹੜਾ ਹੈ ਮਿਨੀਮਮ ਵੈਲਿਊ ਫਾਈਂਡ। ਸੋ ਦਿਸ ਸੋਲੂਸ਼ਨ ਇਜ਼ ਆਈਟਰੇਟਿਵ ਸੋਲੂਸ਼ਨ। ਇਹ ਸੋਲੂਸ਼ਨ ਕਿਹੜਾ ਹੈ? ਦਿਸ ਇਜ਼ ਕਾਲਡ ਆਈਟਰੇਟਿਵ। ਆਈਟਰੇਟਿਵ ਕਿਉਂ ਹੈ? ਕਿਉਂਕਿ ਆਪਾਂ ਨੇ ਯੂਜ਼ ਕੀਤਾ ਹੈ ਲੂਪ ਨੂੰ। ਆਈਟਰੇਸ਼ਨ ਦਾ ਮਤਲਬ ਕੀ ਹੈ? ਕਿ ਲੂਪਿੰਗ ਸਟੇਟਮੈਂਟਸ ਆਪਾਂ ਯੂਜ਼ ਕੀਤੀਆਂ ਨੇ, ਠੀਕ। ਸੋ ਆਪਾਂ ਲੂਪ ਨੂੰ ਯੂਜ਼ ਕਰ ਰਹੇ ਹਾਂ ਮਿਨੀਮਮ ਫਾਈਂਡ ਆਊਟ ਕਰਨ ਲਈ ਵੀ ਤੇ ਮੈਕਸਿਮਮ ਫਾਈਂਡ ਆਊਟ ਕਰਨ ਲਈ ਵੀ। ਇਨ ਦਾ ਸਿਮਿਲਰ ਵੇ ਜਿਹੜਾ ਸੋਲੂਸ਼ਨ ਮੈਂ ਤੁਹਾਨੂੰ ਦਿਖਾ ਰਿਹਾ ਇਹ ਆਪਣਾ ਰਿਕਰਸਿਵ ਸੋਲੂਸ਼ਨ ਹੈ, ਠੀਕ ਹੈ। ਰਿਕਰਸਿਵ ਸੋਲੂਸ਼ਨ ਦੇ ਵਿੱਚ ਆਪਾਂ ਕੀ ਲਿਖਤਾ ਕਿ ਇਫ t ਇਜ਼ ਇਕੁਅਲ ਟੂ ਨਲ, ਜਿਹੜੇ ਵੀ ਆਪਾਂ ਐਡਰੈਸ ਪਾਸ ਕੀਤਾ ਸੀ, ਜੇ ਉਹ ਨਲ ਹੈ, ਦੈਟ ਮੀਨਸ ਰੂਟ ਦੇ ਵਿੱਚ ਨਲ ਪਿਆ ਹੈ, ਤਾਂ ਆਪਾਂ ਰਿਟਰਨ ਕਰ ਦਾਂਗੇ ਨਲ, ਕਿ ਆਪਾਂ ਨੂੰ ਮਿਨੀਮਮ ਵੈਲਿਊ ਮਿਲੀ ਨਹੀਂ। ਨਹੀਂ ਤਾਂ ਜੇ t ਦੇ ਲੈਫਟ ਸਾਈਡ ਦੇ ਵਿੱਚ ਨਲ ਹੈ ਤਾਂ ਆਪਾਂ t ਨੂੰ ਰਿਟਰਨ ਕੀਤਾ, ਨਹੀਂ ਤਾਂ ਫਾਈਂਡ ਮਿਨ, ਇਸੇ ਨੂੰ ਆਪਣੇ ਆਪ ਨੂੰ ਕਾਲ ਕਰ ਲਿਆ, ਲੈਫਟ ਸਾਈਡ ਉਹਨੂੰ ਪਾਸ ਕਰਤੀ, ਠੀਕ। ਸੋ ਇਹ ਆਪਣਾ ਬੇਸ ਕੇਸ ਹੋ ਗਿਆ। ਦਿਸ ਇਜ਼ ਯੂਅਰ ਬੇਸ ਕੇਸ ਐਂਡ ਦਿਸ ਇਜ਼ ਯੂਅਰ ਰਿਕਰਸਿਵ, ਠੀਕ ਹੈ। ਜਨਰਲ ਕੇਸ ਜਿਹਨੂੰ ਆਪਾਂ ਕਹਿ ਦਿੰਦੇ ਆ। ਤਾਂ ਜਨਰਲ ਕੇਸ ਦੇ ਵਿੱਚ ਆਪਾਂ ਫਾਈਂਡ ਮਿਨ ਨੂੰ ਦੁਬਾਰਾ ਕਾਲ ਕਰ ਰਹੇ ਹਾਂ, ਪਰ ਹਰ ਵਾਰੀ ਉਹਨੂੰ ਲੈਫਟ ਸਾਈਡ ਦਾ ਐਡਰੈਸ ਪਾਸ ਕਰ ਦਿੰਦੇ ਆ। ਜਿਹੜੀ ਵੀ ਕਰੰਟ ਨੋਡ ਹੈ ਉਹਦਾ ਲੈਫਟ ਸਾਈਡ ਦਾ ਐਡਰੈਸ ਪਾਸ ਕਰੀ ਜਾਵਾਂਗੇ। ਤਾਂ ਜਦੋਂ ਲੈਫਟ ਸਾਈਡ ਦੇ ਵਿੱਚ ਨਲ ਆ ਜਾਏਗਾ ਤਾਂ ਆਪਾਂ ਉਸ ਨੋਡ ਦਾ ਐਡਰੈਸ ਰਿਟਰਨ ਕਰਾਂਗੇ, ਤੇ ਉਹਦੇ ਨਾਲ ਆਪਣੇ ਕੋਲ ਜਿਹੜੀ ਉਸ ਨੋਡ ਦਾ ਐਡਰੈਸ ਆ ਗਿਆ ਜਦੋਂ, ਤਾਂ ਆਪਾਂ ਉਹਦੀ ਵੈਲਿਊ ਵੀ ਪ੍ਰਿੰਟ ਕਰਾ ਸਕਦੇ ਹਾਂ ਔਰ ਐਡਰੈਸ ਨੂੰ ਯੂਜ਼ ਵੀ ਕਰ ਸਕਦੇ ਹਾਂ, ਜਿਸ ਤਰ੍ਹਾਂ ਵੀ ਤੁਹਾਡੀ ਰਿਕੁਆਇਰਮੈਂਟ ਹੈਗੀ ਹੈ। ਸੋ ਇਸੇ ਤਰ੍ਹਾਂ ਫਾਈਂਡ ਮਿਨ ਵੀ ਹੈ ਤੇ ਫਾਈਂਡ ਮੈਕਸ ਵੀ ਬਣਾਇਆ ਜਾ ਸਕਦਾ। ਸੋ ਇਹ ਥੀਸ ਆਰ ਦਾ ਰਿਕਰਸਿਵ ਐਲਗੋਰਿਦਮ ਟੂ ਫਾਈਂਡ the minimum value and maximum value. Now what is the complexity of this algorithm? Again it depends upon the height of the tree. ਕਿੰਨੇ ਸਟੈਪ ਦੇ ਵਿੱਚ ਆਪਾਂ ਮਿਨੀਮਮ ਵੈਲਿਊ ਤੇ ਪਹੁੰਚ ਜਾਾਂਗੇ, ਕਿੰਨੇ ਸਟੈਪ ਦੇ ਵਿੱਚ ਆਪਾਂ ਮਿਨੀਮਮ ਵੈਲਿਊ ਤੇ ਪਹੁੰਚ ਜਾਾਂਗੇ, ਉਹ ਕਿਸ ਚੀਜ਼ ਤੇ ਡਿਪੈਂਡ ਕਰਦਾ? ਟਰੀ ਦੀ ਹਾਈਟ ਦੇ ਉੱਪਰ। ਸੋ ਟਰੀ ਦੀ ਹਾਈਟ ਦੇ ਉੱਪਰ ਡਿਪੈਂਡ ਕਰਦਾ। ਤਾਂ ਜਿਹੜਾ ਇਹ ਐਲਗੋਰਿਦਮ ਹੈ that because it depends upon the height of the tree,
that means ਉਹ ਆਪਾਂ ਆਲਰੇਡੀ ਪਹਿਲਾਂ ਪਿਛਲੇ ਉਹਦੇ ਚ ਕੈਲਕੂਲੇਟ ਕਰ ਚੁੱਕੇ ਹਾਂ ਕਿ which is equal to of the order of log n। ਸੋ ਜਿਹੜੀ ਇਹਦੀ ਕੰਪਲੈਕਸਿਟੀ ਹੈ ਸਰਚਿੰਗ ਫਾਈਂਡ ਮਿਨੀਮਮ ਜਾਂ ਫਾਈਂਡ ਮੈਕਸਿਮਮ ਦੀ, ਉਹ ਵੀ ਆਪਣੀ ਆਫ ਦੀ ਆਰਡਰ ਆਫ log n ਹੀ ਹੈ, ਬਿਕੋਜ਼ ਫਾਈਂਡ ਮਿਨੀਮਮ ਇਜ਼ ਆਲਸੋ a special case of search operation। ਇਹ ਸਰਚ ਆਪਰੇਸ਼ਨ ਦਾ ਹੀ ਸਪੈਸ਼ਲ ਕੇਸ ਹੈ। ਇਸ ਕਰਕੇ ਜੇ ਸਰਚ ਆਪਰੇਸ਼ਨ ਦੀ ਆਪਣੀ ਆਫ ਦੀ ਆਰਡਰ ਆਫ log n ਹੈ ਤਾਂ ਇਹਦੀ ਵੀ ਆਪਣੀ ਆਫ ਦੀ ਆਰਡਰ ਆਫ log n ਹੀ ਕੰਪਲੈਕਸਿਟੀ ਹੋਏਗੀ। ਠੀਕ ਹੈ, ਦੈਨ ਇਹ ਆ ਗਿਆ ਆਪਣਾ इंसर्शन। इंसर्शन तो चलो आप कर ही लई, इंसर्शन मैं दोबारा नहीं करानी हैगी। इंसर्शन ऑपरेशन भी ऑफ द ऑर्डर ऑफ log n है, बिकॉज इंसर्शन वास्ते भी आपां नूं एप्रोप्रिएट लोकेशन फाइंड आउट करनी पेगी, और जिहड़ी एप्रोप्रिएट लोकेशन फाइंड आउट करनी है उहदे वास्ते आपां नूं सर्चिंग ऑपरेशन चलाना पेगा। सो सर्चिंग ऑपरेशन वास्ते अपना जिहड़ा डिपेंड करदा हाइट ऑफ द ट्री दे उपर, जां जिहड़ी इंसर्शन होनी है वो भी डिपेंड करदी है हाइट ऑफ द ट्री दे उपर। तां अपना जिहड़ा एल्गोरिथम है इंसर्शन दा एल्गोरिथम, इट इज आल्सो ऑफ द ऑर्डर ऑफ log n। आई होप इट इज क्लीयर। ये सारे हुण आपां इन्हां दे जिहड़े एल्गोरिथम दी कंपलैक्सिटी नूं ऑब्जर्व कर रहे हैं। तो कंपलैक्सिटी सर्चिंग ऑपरेशन मिनिमम मैक्सिमम इंसर्शन सब दी जिहड़ी log n ही है। ओके, बट जदों आपां डिलीशन करनी है, when we have to delete a node, we need to consider how we take care of the children of the deleted node। तो की possibilities हैगियां ने कि जदों आपां किसी भी node नूं delete करना है, की चांस बनते हैं कि किसी नोड दे हो सकता है कि वो लीफ नोड हो डिलीट करनी है। दैट मीन ओदा ना तो कोई लैफ्ट चाइल्ड है, ना ही ओदा कोई राइट चाइल्ड है। ठीक है, जां ओह एक इहो जी नोड होवे जिहदा इक्को ही चाइल्ड है, जिहड़ा कि जां तां लैफ्ट साइड ते हो सकता है जां राइट साइड ते हो सकता है। ठीक है, तो ये हो गया कि एक नोड से पहला केस कि एक नोड जिहदा कोई भी चाइल्ड नहीं है, एक नोड जिहदा सिंगल चाइल्ड है, जां एक इहो जी नोड जिहदे दो चिल्ड्रन है। ठीक है, सो भावें सिंगल चाइल्ड होवे भावें टू चिल्ड्रन होण, आपां नूं उन्हां दोनों जे आपां इस नोड नूं विचों डिलीट करदे आ तां इहदे नाल आ जिहड़ा ट्री बनिया होया है ये अपना विचों लॉस्ट नहीं होना चाहिदा। तो इस ट्री नूं किसी ना किसी तरह आपां नूं सेव करना पएगा। जे आपां इस नोड नूं डिलीट करदे आ तां इहदे नाल जिहड़ा इहदा सब ट्री है वो लॉस्ट नहीं होना चाहिदा, आपां नूं ओहदा ध्यान रखना पएगा। सो we need to consider how we take care of the children of the deleted node। ਜਿਹੜੀ ਆਪਾਂ node delete ਕਰ ਰਹੇ ਹਾਂ ਉਹਦੇ ਜਿਹੜੇ children ਹੈ ਉਹਨਾਂ ਦਾ ਖਿਆਲ ਆਪਾਂ ਨੂੰ ਜ਼ਰੂਰ ਰੱਖਣਾ ਪਏਗਾ, ਨਹੀਂ ਤਾਂ ਆਪਣਾ ਡਾਟਾ ਲਾਸ ਹੋ ਸਕਦਾ ਹੈ। so this has to be done such that the property of the search tree is maintained। ਜਦੋਂ ਆਪਾਂ ਨੂੰ ਸੇਵ ਕਰਨਾ ਹੈ ਤਾਂ ਉਹ ਇਸ ਤਰ੍ਹਾਂ ਸੇਵ ਕਰਨਾ ਹੈ ਕਿ ਜਿਹੜੀ ਬਾਈਨਰੀ ਸਰਚ ਟਰੀ ਦੀ ਜੋ ਪ੍ਰੋਪਰਟੀ ਹੈ ਉਹ ਸੇਵ ਰਹਿਣੀ ਚਾਹੀਦੀ ਹੈ, ਉਹ ਪ੍ਰੋਪਰਟੀ ਵੀ ਆਪਣੀ ਹਿੱਲਣੀ ਨਹੀਂ ਚਾਹੀਦੀ। ਸੋ ਕੀ ਪ੍ਰੋਪਰਟੀ ਹੈ ਬਾਈਨਰੀ ਸਰਚ ਟਰੀ ਦੀ? What is the property of binary search tree? ਲੈਫਟ ਸਾਈਡ ਸਮਾਲਰ ਤੇ ਰਾਈਟ ਸਾਈਡ ਤੇ ਗ੍ਰੇ। ਬਿਲਕੁਲ ਠੀਕ ਹੈ, ਲੈਫਟ ਸਾਈਡ ਸਮਾਲਰ ਹੋਣੀ ਚਾਹੀਦੀ ਹੈ, ਰਾਈਟ ਸਾਈਡ ਜਿਹੜੀ ਆ ਉਹ ਲਾਰਜਰ ਹੋਣੀ ਚਾਹੀਦੀ ਹੈ। ਸੋ ਜਦੋਂ ਆਪਾਂ ਡਿਲੀਟ ਕਰ ਰਹੇ ਹਾਂ ਤਾਂ ਇਸ ਪ੍ਰੋਪਰਟੀ ਨੂੰ ਵੀ ਮੇਨਟੇਨ ਕਰਕੇ ਰੱਖਣਾ ਹੈ। ਪਲੱਸ ਆਪਾਂ ਇਹ ਵੀ ਧਿਆਨ ਰੱਖਣਾ ਕਿ ਆਪਣਾ ਡੇਟਾ ਜਿਹੜਾ ਹੈ ਕਿਸੇ ਵੀ ਨੋਡ ਨੂੰ ਡਿਲੀਟ ਕਰਨ ਦੇ ਨਾਲ ਉਹਦਾ ਸਬ ਟਰੀ ਜਿਹੜਾ ਉਹ ਲੌਸਟ ਨਹੀਂ ਹੋਣਾ ਚਾਹੀਦਾ। ठीक, सो इन्हां दो चीज़ों को ध्यान च रखते हुए आपां सारे केस वन बाय वन करांगे। तो पहला केस की है कि नोड इज अ लीफ नोड। इफ नोड इज अ लीफ, फॉर एग्जांपल 1 नंबर नोड। ठीक है, सो जे आपां 1 नंबर नूं डिलीट करना है, 3 नंबर नूं डिलीट करना है, या 8 नंबर नूं डिलीट करना है, तो आपां दे कोल गवाण वास्ते कुछ भी नहीं हैगा। देयर इज नथिंग टू बी लॉस्ट। सो वी विल सिंपली डिलीट दिस नोड इमीडिएटली विदाउट कंसीडरिंग एनीथिंग एल्स। ठीक है, कुछ भी सोचे बिना कुछ भी कंसीडर किए बिना आपां इस नोड नूं आराम नाल डिलीट कर सकते हाँ। तो पहला केस की है कि जे नोड जिहड़ी है वो लीफ नोड है, आपां उहनूं इमीडिएटली डिलीट करता, कहानी खत्म। ठीक है, दूसरा केस की है कि जे नोड दे कोल देयर इज ए वन चाइल्ड। सो नोड दे कोल एक चाइल्ड है, फॉर एग्जांपल जे मैं 4 नंबर नोड नूं डिलीट करना है, ਜਿਹੜੀ ਮੇਰੀ 4 ਨੰਬਰ ਨੋਡ ਹੈ ਉਹਦੇ ਕੋਲ ਮੇਰੇ ਕੋਲ ਇੱਕੋ ਹੀ ਚਾਈਲਡ ਹੈ, ਦੈਟ ਇਜ਼ ਨੰਬਰ 3। ਤਾਂ ਆਪਾਂ ਕੀ ਕਰਾਂਗੇ, ਜੇ ਇਹ ਨੋਡ ਖਤਮ ਹੋ ਗਈ ਤਾਂ 3 ਦਾ ਖਿਆਲ ਕੌਣ ਰੱਖੇਗਾ? ਦੋ ਗ੍ਰੈਂਡ ਪੇਰੈਂਟਸ। ਸੋ ਉਹਦੀ ਜ਼ਿੰਮੇਵਾਰੀ ਬੱਚੇ ਦੀ ਗ੍ਰੈਂਡ ਪੇਰੈਂਟਸ ਕੋਲ ਚਲੇ ਜਾਂਦੀ ਹੈ। ਸੋ ਆਪਾਂ ਇੱਥੇ 4 ਜੇ ਆਪਾਂ ਡਿਲੀਟ ਕਰ ਰਹੇ ਹਾਂ ਤਾਂ 4 ਦੇ ਜਿਹੜੇ ਬੱਚੇ ਨੇ, whatever the children, whatever the child of this node, ਉਹਦੀ ਜ਼ਿੰਮੇਵਾਰੀ ਕੌਣ ਲਏਗਾ? ਉਹ ਆਪਾਂ ਨੂੰ ਕਨੈਕਟ ਕਰਨਾ ਪਏਗਾ
ਉਹਦੇ ਗ੍ਰੈਂਡ ਪੇਰੈਂਟ ਦੇ ਨਾਲ, ਕਿਉਂਕਿ ਜਦੋਂ 4 ਨੂੰ ਡਿਲੀਟ ਕੀਤਾ ਤਾਂ ਆਹ ਲਿੰਕ ਡਿਲੀਟ ਕਰਾਂਗੇ, ਜਦੋਂ ਆਹ ਲਿੰਕ ਡਿਲੀਟ ਕਰਾਂਗੇ ਤਾਂ ਇਹਦੀ ਜਿਹੜੀ ਰਾਈਟ ਸਾਈਡ ਹੈ ਉਹ ਆਪਣੇ ਕੋਲ ਖਾਲੀ ਹੋ ਗਈ, ਆਪਾਂ ਇਹਦਾ ਐਡਰੈਸ ਇਸ ਜਗ੍ਹਾ ਤੇ ਫਿੱਟ ਕਰ ਸਕਦੇ ਆ। ਸੋ ਆਪਾਂ ਕੀ ਕਰਨਾ ਹੈ, ਆਹ ਵਾਲਾ ਲਿੰਕ ਖਤਮ ਕਰ ਦੇਣਾ ਹੈ ਜਿਹੜਾ ਕਿ 2 ਤੋਂ 4 ਵੱਲ ਜਾ ਰਿਹਾ ਸੀ, ਬਿਕੋਜ਼ 4 ਤਾਂ ਡਿਲੀਟ ਹੋ ਗਿਆ। ਹੁਣ 4 ਡਿਲੀਟ ਹੋ ਗਿਆ ਤਾਂ ਡਿਲੀਟ ਕਰਨ ਤੋਂ ਪਹਿਲਾਂ ਆਪਾਂ ਕੀ ਕੰਮ ਕਰਨਾ ਹੈ ਕਿ ਜਿਹੜਾ 4 ਦੀ ਲੈਫਟ ਸਾਈਡ ਤੇ ਜੋ ਐਡਰੈਸ ਪਿਆ ਉਸ ਐਡਰੈਸ ਨੂੰ ਕਿੱਥੇ ਮੂਵ ਕਰਾਂਗੇ, ਉਸਦੇ ਪੇਰੈਂਟ ਦੀ, ਕਿਹਦੇ ਪੇਰੈਂਟ ਦੀ, 4 ਦੇ ਪੇਰੈਂਟ ਦੀ ਰਾਈਟ ਸਾਈਡ ਤੇ। ਠੀਕ ਹੈ, ਜਿਹੜੀ ਨੋਡ ਆਪਾਂ ਡਿਲੀਟ ਕਰਨੀ ਹੈ ਉਹਦੇ ਪੇਰੈਂਟ ਦੀ ਉਹਦੀ ਵੈਲਿਊ, ਉਹਦੇ ਲੈਫਟ ਸਾਈਡ ਦੀ ਵੈਲਿਊ ਕਿੱਥੇ ਸ਼ਿਫਟ ਕਰਨੀ ਹੈ, ਉਹਦੇ ਪੇਰੈਂਟ ਦੇ ਰਾਈਟ ਸਾਈਡ ਤੇ। ਜੇ ਆਪਣੇ ਨੋਡ ਦਾ ਇੱਕੋ ਹੀ ਚਾਈਲਡ ਹੈ ਫਿਰ ਆਪਾਂ ਨੇ ਕੀ ਕਰਨਾ ਹੈ, ਆਪਾਂ ਉਸ ਨੋਡ ਦਾ ਜਿਹੜਾ ਪੇਰੈਂਟ ਹੈ ਉਹਦੀ ਜਿਹੜੀ ਰਾਈਟ ਸਾਈਡ ਹੈ ਉੱਥੇ ਕੀ ਕਰਾਂਗੇ, ਐਡਰੈਸ ਪਾ ਦੇਣਾ ਉਹਦਾ ਹੀ। ਉਸ ਨੋਡ ਦਾ ਲੈਫਟ ਇੱਕੋ ਇੱਕ ਸਾਈਡ ਚਾਈਲਡ ਹੈ, ਇਸ ਨੋਡ ਦਾ ਜਿਹੜਾ ਵੀ ਚਾਈਲਡ ਹੈ, ਭਾਵੇਂ ਰਾਈਟ ਹੋਵੇ ਭਾਵੇਂ ਲੈਫਟ ਹੋਵੇ, ਇਹ ਵੀ ਹੋ ਸਕਦਾ ਸੀ ਕਿ ਇੱਥੇ 5 ਪਿਆ ਹੋਵੇ। ਠੀਕ ਹੈ, ਆਹ ਵਾਲੀ ਨੋਡ ਨਾ ਹੋਵੇ, ਸੋ ਮੇਰਾ ਟਰੀ ਇਸ ਤਰ੍ਹਾਂ ਦਾ ਵੀ ਹੋ ਸਕਦਾ ਸੀਗਾ 2 4 5। ਠੀਕ ਹੈ, 1। ਇਸ ਕੇਸ ਦੇ ਵਿੱਚ ਆਪਾਂ ਕੀ ਕਰਦੇ, ਇੱਥੇ ਕਿਹੜਾ ਐਡਰੈਸ ਆਣਾ ਸੀਗਾ, 5 ਦਾ ਹੀ, 5 ਦਾ, ਭਾਵੇਂ ਉਹ ਲੈਫਟ ਹੋਵੇ ਭਾਵੇਂ ਉਹ ਰਾਈਟ ਹੋਵੇ, ਜਿਹੜਾ ਵੀ ਐਡਰੈਸ ਪਿਆ ਉਹ ਆਪਾਂ ਪੇਰੈਂਟ ਨੋਡ ਦੀ ਰਾਈਟ ਸਾਈਡ ਤੇ ਫਿੱਟ ਕਰਨਾ ਹੈ। ਓਕੇ, ਹੁਣ ਮੈਂ ਇੱਕ ਹੋਰ ਕੇਸ ਬਣਾਉਣਾ, ਮੈਂ ਡਿਲੀਟ ਕਰਨੀ ਹੈ ਨੋਡ 2 6 ਹੋ ਗਿਆ, 2 ਹੋ ਗਿਆ, 1 ਹੋ ਗਿਆ, 2 ਦੀ ਥਾਂ ਤੇ ਮੈਂ ਇੱਥੇ 3 ਲਿਖ ਲੈਣਾ, 3 ਹੋ ਗਿਆ ਔਰ 2 ਹੋ ਗਿਆ, ਐਂਡ ਇਧਰਲੇ ਪਾਸੇ ਮੇਰੇ ਕੋਲ 4 ਹੋ ਗਿਆ। ਓਕੇ, ਹੁਣ ਮੈਂ ਜਿਹੜੀ ਨੋਡ ਡਿਲੀਟ ਕਰਨੀ ਹੈ ਉਹ ਮੈਂ 1 ਵਾਲੀ ਡਿਲੀਟ ਕਰਨੀ ਹੈ। ਜਦੋਂ ਮੈਂ ਨੋਡ 1 ਡਿਲੀਟ ਕਰਾਂਗਾ ਤਾਂ 2 ਕਿੱਥੇ ਜਾਏਗਾ, ਲੈਫਟ ਸਾਈਡ ਜਾਊ ਉਹਦੀ। ਹਾਂ, ਉਹ ਇਸ ਨੋਡ ਦੀ ਜਿਹੜਾ 1 ਦਾ ਪੇਰੈਂਟ, ਇਹ ਨੋਡ ਕੀ ਹੈ, ਇਟ ਇਜ਼ ਅ ਪੇਰੈਂਟ ਆਫ ਨੋਡ ਟੂ ਬੀ ਡਿਲੀਟਡ। ਠੀਕ ਹੈ, ਜਿਹੜੀ ਆਪਾਂ ਨੋਡ ਡਿਲੀਟ ਕਰਨੀ ਆ ਉਹਦੇ ਪੇਰੈਂਟ ਨੂੰ ਆਪਾਂ ਨੇ ਚੈੱਕ ਕਰਨਾ। ਹੁਣ ਜੇ ਇਹ ਲੈਫਟ ਸਾਈਡ ਵਾਲੀ ਆਪਾਂ ਡਿਲੀਟ ਕਰ ਰਹੇ ਆ ਤਾਂ ਪੇਰੈਂਟ ਦੀ ਲੈਫਟ ਸਾਈਡ ਤੇ ਐਂਟਰੀ ਹੋਏਗੀ, ਜੇ ਆਪਾਂ ਰਾਈਟ ਸਾਈਡ ਵਾਲੀ ਡਿਲੀਟ ਕਰ ਰਹੇ ਆ ਤਾਂ ਪੇਰੈਂਟ ਦੀ ਰਾਈਟ ਸਾਈਡ ਤੇ ਐਂਟਰੀ ਹੋਏਗੀ। ਦੈਟ ਮੀਨਸ ਆਪਾਂ ਨੂੰ ਪੇਰੈਂਟ ਦੇ ਕਿਹੜੇ ਪਾਸੇ ਰੱਖਣਾ ਹੈ ਉਹਦੀ ਡਾਇਰੈਕਸ਼ਨ ਵੀ ਧਿਆਨ 'ਚ ਰੱਖਣੀ ਪਏਗੀ ਕਿ ਆਪਾਂ ਲੈਫਟ ਸਾਈਡ ਵਾਲੀ ਡਿਲੀਟ ਕਰ ਰਹੇ ਆ ਕਿ ਰਾਈਟ ਸਾਈਡ ਵਾਲੀ ਡਿਲੀਟ ਕਰ ਰਹੇ ਆ। ਅਕੋਰਡਿੰਗਲੀ ਆਪਾਂ ਜਾਂ ਤਾਂ ਉਹਦੇ ਲੈਫਟ ਸਾਈਡ ਦੇ ਉੱਤੇ ਐਡਰੈਸ ਨੂੰ ਰਿਪਲੇਸ ਕਰਾਂਗੇ ਜਾਂ ਆਪਾਂ ਉਹਦੀ ਰਾਈਟ ਸਾਈਡ ਵਾਲੇ ਐਡਰੈਸ ਨੂੰ ਰਿਪਲੇਸ ਕਰਾਂਗੇ। ਇਜ਼ ਦੈਟ ਕਲੀਅਰ? ਹੁਣ ਸਿੰਗਲ ਚਾਈਲਡ ਹੋਣ ਦੇ ਕਿਹੜੇ ਕਿਹੜੇ ਕੇਸ ਹੋ ਸਕਦੇ ਆ, ਸਿੰਗਲ ਚਾਈਲਡ ਲੈਫਟ ਸਾਈਡ ਤੇ ਵੀ ਹੋ ਸਕਦਾ ਹੈ, ਸਿੰਗਲ ਚਾਈਲਡ ਆਪਣਾ ਰਾਈਟ ਸਾਈਡ ਤੇ ਵੀ ਹੋ ਸਕਦਾ ਹੈ। ਠੀਕ ਹੈ, ਜਿਹੜੀ ਨੋਡ ਨੂੰ ਆਪਾਂ ਡਿਲੀਟ ਕਰ ਰਹੇ ਆ ਉਹ ਆਪਣੀ ਪੇਰੈਂਟ ਦੇ ਲੈਫਟ ਸਾਈਡ ਤੇ ਵੀ ਹੋ ਸਕਦਾ ਹੈ, ਉਹ ਆਪਣੇ ਪੇਰੈਂਟ ਦੇ ਰਾਈਟ ਸਾਈਡ ਤੇ ਵੀ ਹੋ ਸਕਦਾ ਹੈ। ਦੋਨੋਂ ਹੀ ਕੇਸਿਸ ਦੇ ਵਿੱਚ ਜਿਹੜੇ ਪਾਸੇ ਵੀ ਉਹਦੀ ਵੈਲਿਊ ਪਈ ਹੈ, ਅੱਗੇ ਫਿਰ ਆਪਣੇ ਕੋਲ 4 ਕੇਸ ਬਣ ਗਏ। ਦੇਖੋ ਧਿਆਨ ਨਾਲ ਜੇ ਤੁਸੀਂ ਦੇਖੋ ਤਾਂ ਆਪਣੇ ਕੋਲ 4 ਕੇਸ ਕਿਹੜੇ ਕਿਹੜੇ ਬਣ ਗਏ, 4 ਕੇਸ ਕਿਹੜੇ ਕਿਹੜੇ ਬਣ ਗਏ ਕਿ ਪੇਰੈਂਟ ਦੀ ਲੈਫਟ ਸਾਈਡ ਤੇ, ਠੀਕ ਹੈ, ਪੇਰੈਂਟ ਦੇ ਲੈਫਟ ਸਾਈਡ ਤੇ ਪੇਰੈਂਟ ਦੇ ਰਾਈਟ ਸਾਈਡ ਤੇ। ਜਿਹੜੀ ਨੋਡ ਆਪਾਂ ਡਿਲੀਟ ਕਰਨੀ ਆ ਉਹ ਪੇਰੈਂਟ ਦੇ ਲੈਫਟ ਸਾਈਡ ਤੇ ਹੋ ਸਕਦੀ ਹੈ, ਜਿਹੜੀ ਨੋਡ ਆਪਾਂ ਡਿਲੀਟ ਕਰਨੀ ਹੈ ਜਾਂ ਉਹ ਪੇਰੈਂਟ ਦੇ ਰਾਈਟ ਸਾਈਡ ਤੇ ਹੋ ਸਕਦੀ ਹੈ। ਸੋ ਜੇ ਪੇਰੈਂਟ ਦੇ ਲੈਫਟ ਸਾਈਡ ਤੇ ਹੈ ਤਾਂ ਕੀ ਕੇਸ ਬਣਦੇ ਨੇ ਕਿ ਜਿਹੜੀ ਨੋਡ ਆਪਾਂ ਡਿਲੀਟ ਕਰਨੀ ਆ ਉਹਦੇ ਕੋਲ ਆਪਣੇ ਕੋਲ ਲੈਫਟ ਸਾਈਡ ਤੇ ਚਾਈਲਡ ਹੋ ਸਕਦਾ ਹੈ ਜਾਂ ਉਹਦਾ ਆਪਣਾ ਜਿਹੜਾ ਚਾਈਲਡ ਹੈ ਉਹ ਰਾਈਟ ਸਾਈਡ ਤੇ ਹੋ ਸਕਦਾ ਹੈ। ਜੇ ਆਪਾਂ ਰਾਈਟ ਸਾਈਡ ਤੋਂ ਡਿਲੀਟ ਕਰ ਰਹੇ ਹਾਂ ਤਾਂ ਜਿਹੜਾ ਉਹਦਾ ਆਪਣਾ ਚਾਈਲਡ ਹੈ ਉਹ ਲੈਫਟ ਸਾਈਡ ਤੇ ਹੋ ਸਕਦਾ ਹੈ, ਜਿਹੜਾ ਉਹਦਾ ਆਪਣਾ ਚਾਈਲਡ ਹੈ ਉਹ ਰਾਈਟ ਸਾਈਡ ਤੇ ਹੋ ਸਕਦਾ ਹੈ। ਤੋ ਇਹਨਾਂ 4 ਕੇਸਿਸ ਨੂੰ ਕੰਸੀਡਰ ਕਰਨਾ ਪਏਗਾ। ਦੈਟ ਮੀਨਸ ਜਦੋਂ ਆਪਾਂ ਇਸ ਨੋਡ ਨੂੰ ਡਿਲੀਟ ਕਰਨਾ ਹੈ ਫਿਰ ਆਪਾਂ ਕੀ ਕਰਾਂਗੇ, ਆਪਾਂ ਇਸ ਨੋਡ ਦੇ ਪੇਰੈਂਟ ਨੂੰ ਲੱਭਾਂਗੇ ਪਹਿਲਾਂ ਤਾਂ। ਠੀਕ ਹੈ, ਕਿਹੜੇ ਕਿਹੜੇ ਕੰਮ ਕਰਨੇ ਆ, ਵੀ ਹੈਵ ਟੂ ਫਾਈਂਡ ਦਾ ਪੇਰੈਂਟ, ਵੀ ਹੈਵ ਟੂ ਫਾਈਂਡ ਦਾ ਨੋਡ ਆਲਸੋ ਜਿਹੜੀ ਆਪਾਂ ਡਿਲੀਟ ਕਰਨੀ ਹੈ ਉਹਨੂੰ ਵੀ ਲੱਭਣਾ, ਉਹਦੇ ਪੇਰੈਂਟ ਨੂੰ ਵੀ ਲੱਭਣਾ। ਦੈਨ ਵੀ ਹੈਵ ਟੂ ਫਾਈਂਡ ਕਿ ਆਪਾਂ ਲੈਫਟ ਸਾਈਡ, ਇਹ ਜਿਹੜਾ ਨੋਡ ਹੈ ਇਹ ਲੈਫਟ ਸਾਈਡ ਅਟੈਚਡ ਹੈ ਕਿ ਰਾਈਟ ਸਾਈਡ ਦੇ ਉੱਤੇ ਅਟੈਚਡ ਹੈ। ਅਕੋਰਡਿੰਗਲੀ ਆਪਾਂ ਇਸ ਨੋਡ ਦੇ ਲੈਫਟ ਸਾਈਡ ਨੂੰ ਵੀ ਮੂਵ ਕਰਨਾ ਹੈ। ਇਸ ਨੋਡ ਦਾ ਵੀ ਹੈਵ ਟੂ ਫਾਈਂਡ ਆਊਟ ਕਿ ਇਹਦਾ ਜਿਹੜਾ ਚਾਈਲਡ ਹੈ ਉਹ ਲੈਫਟ ਸਾਈਡ ਤੇ ਹੈ ਕਿ ਰਾਈਟ ਸਾਈਡ ਤੇ ਹੈ। ਅਕੋਰਡਿੰਗਲੀ ਆ 4 ਚੀਜ਼ਾਂ ਪਤਾ ਕਰਨ ਤੋਂ ਬਾਅਦ ਫਿਰ ਆਪਾਂ ਪੁਆਇੰਟਰ ਦੀ ਮੂਵਮੈਂਟ ਕਰਾਂਗੇ ਕਿ ਕਿਹੜਾ ਪੁਆਇੰਟਰ ਕਿੱਥੇ ਜਾਣਾ।
ਪੁਆਇੰਟਰ ਸਿਰਫ ਇੱਕੋ ਹੀ ਮੂਵ ਹੋਣਾ ਹੈ, ਪੁਆਇੰਟਰ ਸਿਰਫ ਇੱਕੋ ਹੀ ਮੂਵ ਹੋਣਾ ਹੈ, ਉਹ ਹੋਣਾ ਹੈ ਜਾਂ ਤਾਂ ਲੈਫਟ ਸਾਈਡ ਤੇ ਲੈਫਟ ਦਾ ਐਡਰੈਸ ਜਾਏਗਾ, ਜਾਂ ਲੈਫਟ ਸਾਈਡ ਤੇ ਰਾਈਟ ਦਾ ਐਡਰੈਸ ਜਾਏਗਾ, ਜਾਂ ਰਾਈਟ ਸਾਈਡ ਤੇ ਲੈਫਟ ਦਾ ਐਡਰੈਸ ਜਾਏਗਾ, ਜਾਂ ਰਾਈਟ ਸਾਈਡ ਤੇ ਰਾਈਟ ਦਾ ਐਡਰੈਸ ਜਾਏਗਾ। ਸੋ ਇਹਨਾਂ ਸਾਰੇ ਕੇਸਿਸ ਨੂੰ ਕੰਸੀਡਰ ਕਰਨ ਤੋਂ ਬਾਅਦ ਜਦੋਂ ਆਪਣੇ ਕੋਲ ਸਾਰੀ ਇਨਫੋਰਮੇਸ਼ਨ ਆ ਗਈ, ਫਿਰ ਆਪਾਂ ਫਾਈਨਲੀ ਪੁਆਇੰਟਰ ਨੂੰ ਮੂਵ ਕਰਨਾ ਹੈ। ਪੁਆਇੰਟਰ ਨੂੰ ਮੂਵ ਕਰਨ ਤੋਂ ਬਾਅਦ ਆਪਾਂ ਡਿਲੀਟ ਸਟੇਟਮੈਂਟ ਲਗਾ ਕੇ ਜਿਹੜੀ ਨੋਡ ਨੂੰ ਆਪਾਂ ਡਿਲੀਟ ਕਰਨਾ ਸੀ ਉਹਨੂੰ ਡਿਲੀਟ ਕਰਾਂਗੇ। ਓਕੇ, ਸੋ that is how your single child case works। ਠੀਕ ਹੈ, ਜੇ ਮੇਰੇ ਕੋਲ ਇੱਕੋ ਹੀ ਚਾਈਲਡ ਹੈ, ਦੇਖਣ ਨੂੰ ਸੌਖਾ ਲੱਗ ਰਿਹਾ ਹੈ, ਇੰਪਲੀਮੈਂਟੇਸ਼ਨ ਜਦੋਂ ਕਰੋਗੇ ਤਾਂ ਇਹ ਛੇਤੀ ਹੀ ਇੰਪਲੀਮੈਂਟ ਹੋ ਜਾਏਗਾ, ਇੰਨਾ ਜ਼ਿਆਦਾ ਲੰਬਾ ਚੌੜਾ ਕੇਸ ਨਹੀਂ ਹੈ। ਜਿਹੜਾ ਪਹਿਲਾ ਕੇਸ ਹੈ ਉਹ ਤਾਂ ਡਾਇਰੈਕਟਲੀ ਇੰਪਲੀਮੈਂਟ ਹੋ ਜਾਣਾ, ਉਹਦੇ 'ਚ ਤਾਂ ਕੁਝ ਹੈ ਹੀ ਨਹੀਂ ਹੈ। ਜਿਹੜਾ ਸੈਕਿੰਡ ਕੇਸ ਹੈ ਉਹਦੇ ਵਿੱਚ ਆਪਾਂ ਨੂੰ ਇੱਕ ਚਾਈਲਡ ਦਾ ਕੰਸੀਡਰ ਕਰਨਾ ਹੈ। ਆਪਾਂ ਪਹਿਲਾਂ ਇਹ ਦੇਖਣਾ ਕਿ ਡਾਇਰੈਕਸ਼ਨ ਕਿਹੜੀ ਹੈ, ਲੈਫਟ ਰਾਈਟ ਹੈ, ਲੈਫਟ ਸਾਈਡ ਹੈ ਕਿ ਰਾਈਟ ਸਾਈਡ ਹੈ। ਅਕੋਰਡਿੰਗਲੀ ਜਿਹੜਾ ਆਪਾਂ ਚਾਈਲਡ ਡਿਲੀਟ ਕਰ ਰਹੇ ਹਾਂ ਉਹ ਕਿਹੜਾ ਹੈ, ਉਹ ਲੈਫਟ ਵਾਲਾ ਹੈ ਕਿ ਰਾਈਟ ਵਾਲਾ ਹੈ। ਤਾਂ ਜਿਹੜਾ ਵੀ ਉੱਥੇ ਪਿਆ ਹੋਏਗਾ ਉਹਦਾ ਲਿੰਕ ਜਿਹੜਾ ਆਪਾਂ ਨੇ ਪੇਰੈਂਟ ਨੋਡ ਦੇ ਲੈਫਟ ਸਾਈਡ ਦੇ ਉੱਤੇ ਜਾਂ ਰਾਈਟ ਸਾਈਡ ਦੇ ਉੱਤੇ ਸਿਰਫ ਸ਼ਿਫਟ ਕਰਨਾ ਹੈ। ਠੀਕ, ਇਸ ਤੋਂ ਬਾਅਦ ਆ ਗਿਆ ਆਪਣੇ ਕੋਲ ਤੀਸਰਾ ਕੇਸ, ਜਿਹੜਾ ਕਿ ਸਭ ਤੋਂ ਔਖਾ ਹੈ। ਹੁਣ ਤੀਸਰਾ ਕੇਸ ਕੀ ਹੈ ਕਿ ਆਪਣੇ ਕੋਲ ਨੋਡ ਦੇ ਕੋਲ ਕਿੰਨੇ ਚਿਲਡਰਨ ਹੈ, we have 2 children। for example we want to delete the node number 2। ਹੁਣ ਇੱਥੇ ਧਿਆਨ ਦਿਓ, 2 ਨੰਬਰ ਨੋਡ ਜਿਹੜੀ ਹੈ ਉਹਦਾ ਲੈਫਟ ਚਾਈਲਡ ਵੀ ਹੈਗਾ, ਉਹਦਾ ਰਾਈਟ ਚਾਈਲਡ ਵੀ ਹੈਗਾ। ਹੁਣ ਇਹਨੂੰ ਡਿਲੀਟ ਕਰਨ ਦਾ ਕੀ ਤਰੀਕਾ ਹੈ? ਇਹਨੂੰ ਡਿਲੀਟ ਕਰਨ ਦੇ ਵੀ 2-3 ਤਰੀਕੇ ਹੈ, ਮੈਂ ਤੁਹਾਨੂੰ ਇੱਕੋ ਹੀ ਦੱਸਾਂਗਾ, ਬਾਕੀ ਜਿੰਨਾ ਦਾ ਇੰਟਰਸਟ ਹੋਏਗਾ ਉਹ ਨੈਟ ਤੋਂ ਆਪਣੇ ਬਾਕੀ ਦੇ ਤਰੀਕੇ ਲੱਭ ਲੈਣ। ਸੌਖਾ ਜਿਹਾ ਤਰੀਕਾ ਜਿਹੜਾ ਤੁਹਾਨੂੰ ਮੈਂ ਦੱਸ ਦਿਆਂਗਾ, ਤੁਸੀਂ ਉਹਨੂੰ ਹੋ ਸਕਦਾ ਹੈ ਤਾਂ ਇੰਪਲੀਮੈਂਟ ਕਰਕੇ ਦੇਖ ਲਿਓ। ਸੋ ਆਪਣਾ ਜਿਹੜਾ ਰੂਲ ਕੀ ਹੈ, ਰੂਲ ਕੀ ਹੈ, ਲੁੱਕ ਐਟ ਦਾ ਰਾਈਟ ਸਬ ਟਰੀ ਆਫ ਦੀ ਨੋਡ। ਜਿਹੜੀ ਨੋਡ ਆਪਾਂ ਡਿਲੀਟ ਕਰਨੀ ਹੈ ਇਹਦਾ ਰਾਈਟ ਸਬ ਟਰੀ ਕਿਹੜਾ ਹੈ, ਉਹ ਆਹ ਵਾਲਾ ਹੈ। ਜਿਹੜੀ ਨੋਡ ਆਪਾਂ ਡਿਲੀਟ ਕਰਨੀ ਹੈ ਆਪਾਂ ਕਿੱਥੇ ਵੇਖਣਾ, ਉਹਦੇ ਰਾਈਟ ਸਾਈਡ ਤੇ। ਠੀਕ ਹੈ, ਰਾਈਟ ਸਬ ਟਰੀ ਆਫ ਦਾ ਨੋਡ ਜਿਹੜੀ ਆਪਾਂ ਡਿਲੀਟ ਕਰਨੀ ਹੈ। ਦੈਨ ਉੱਥੇ ਦੇਖਣਾ ਕੀ ਹੈ, we have to find the minimum in that particular sub tree। ਹੁਣ ਇਸ ਸਬ ਟਰੀ ਦੇ ਵਿੱਚ ਮਿਨੀਮਮ ਵੈਲਿਊ ਕਿਹੜੀ ਹੈ? 3। ਠੀਕ ਆ, ਮੈਂ ਆਲਰੇਡੀ ਇੱਥੇ ਰੈਡ ਕੀਤੀ ਹੋਈ ਹੈ। ਮਿਨੀਮਮ ਵੈਲਿਊ ਇਜ਼ ਜਿਹੜੀ ਇਸ ਟਰੀ ਦੀ ਲੈਫਟ ਮੋਸਟ ਵੈਲਿਊ ਹੈ। ਹੁਣ ਮਿਨੀਮਮ ਵੈਲਿਊ ਦੀ ਪ੍ਰੋਪਰਟੀ ਕੀ ਹੋਏਗੀ? ਮਿਨੀਮਮ ਵੈਲਿਊ ਦੀ ਪ੍ਰੋਪਰਟੀ ਕੀ ਹੋਏਗੀ ਕਿ ਉਹ ਇਸ ਟਰੀ ਦਾ ਸਭ ਤੋਂ ਲੈਫਟ ਮੋਸਟ ਐਲੀਮੈਂਟ ਹੋਏਗਾ, ਉਹਦੇ ਲੈਫਟ ਵਿੱਚ ਹੋਰ ਅੱਗੇ ਕੁਝ ਨਹੀਂ ਹੋਏਗਾ। ਠੀਕ ਹੈ, ਮਿਨੀਮਮ ਵੈਲਿਊ ਦੀ ਪ੍ਰੋਪਰਟੀ ਕੀ ਹੁੰਦੀ ਹੈ ਕਿ ਇਟ ਇਜ਼ ਦਾ ਲੈਫਟ ਮੋਸਟ ਐਲੀਮੈਂਟ ਆਫ ਦਾ ਟਰੀ, ਤੇ ਉਹਦੇ ਲੈਫਟ ਵਿੱਚ ਅੱਗੇ ਕੁਝ ਨਹੀਂ ਹੁੰਦਾ ਕਿਉਂਕਿ ਉਹ ਲੈਫਟ ਮੋਸਟ ਹੈ, ਉਹਦੇ ਅੱਗੇ ਲੈਫਟ ਦੇ ਵਿੱਚ ਨਲ ਹੋਏਗਾ। ਠੀਕ ਹੈ, ਉਹਦੇ ਰਾਈਟ ਮੋਸਟ ਰਾਈਟ ਸਾਈਡ ਤੇ ਕੁਝ ਨਾ ਵੈਲਿਊ ਹੋ ਸਕਦੀ ਹੈ ਜਾਂ ਨਹੀਂ ਵੀ ਹੋ ਸਕਦੀ, ਜ਼ਰੂਰੀ ਨਹੀਂ ਕਿ ਰਾਈਟ ਤੇ ਕੁਝ ਹੋਵੇ, ਜਾਂ ਇੱਕ ਵੈਲਿਊ ਹੋਏਗੀ ਜਾਂ ਉਹ ਖਾਲੀ ਹੋਏਗੀ। ਠੀਕ ਹੈ, ਸੋ ਆਪਣੇ ਕੋਲ ਜਿਹੜਾ ਲੈਫਟ ਮੋਸਟ ਐਲੀਮੈਂਟ ਹੈ ਉਹਦੇ ਵਿੱਚ ਕੀ ਪ੍ਰੋਪਰਟੀਜ਼ ਬਣਦੀਆਂ ਨੇ? ਇੱਕ ਤਾਂ ਇਹ ਹੈ, ਮੰਨ ਲਓ ਆਹ ਬਣ ਗਿਆ ਉਰੇ, ਹੈ ਨਾ, ਇੱਥੇ ਆ ਗਿਆ ਇੱਕ ਵੈਲਿਊ, ਇੱਥੇ ਆ ਗਈ। ਠੀਕ ਹੈ, ਸਪੋਜ਼ ਇੱਥੇ ਜੇ ਕੋਈ ਵੈਲਿਊ ਹੁੰਦੀ ਤਾਂ ਇਸ ਤੋਂ ਛੋਟੀ ਹੋਣੀ ਸੀਗੀ, ਜੇ ਤਾਂ ਉਹ ਲੈਫਟ ਮੋਸਟ ਵੈਲਿਊ ਇਹ ਹੁੰਦੀ ਤਾਂ ਇਹਦਾ ਨਾ ਤਾਂ ਇੱਧਰਲੇ ਪਾਸੇ ਕੋਈ ਚਾਈਲਡ ਹੈ, ਨਾ ਇੱਧਰਲੇ ਪਾਸੇ ਕੋਈ ਚਾਈਲਡ ਹੈ। ਠੀਕ, ਸੋ ਇਸ ਨੋਡ ਦਾ ਨਾ ਤਾਂ ਇੱਕ ਕੇਸ ਕੀ ਬਣਦਾ ਹੈ, ਜਿਹੜੀ ਲੈਫਟ ਮੋਸਟ ਨੋਡ ਹੈ ਨਾ ਤਾਂ ਉਹਦਾ ਕੋਈ ਰਾਈਟ ਚਾਈਲਡ ਹੋਏਗਾ, ਨਾ ਹੀ ਉਹਦਾ ਕੋਈ ਲੈਫਟ ਚਾਈਲਡ ਹੋਏਗਾ। ਜਾਂ ਦੂਸਰਾ ਕੇਸ ਕੀ ਬਣਦਾ ਕਿ ਲੈਫਟ ਮੋਸਟ ਦਾ ਇੱਕ ਰਾਈਟ ਚਾਈਲਡ ਹੋ ਸਕਦਾ ਹੈ। ਤੀਸਰਾ ਕੇਸ ਕਿ ਲੈਫਟ ਮੋਸਟ ਦਾ ਰਾਈਟ ਵੀ ਹੋਵੇ ਤੇ ਲੈਫਟ ਵੀ ਹੋਵੇ, ਇਦਾਂ ਦਾ ਕੇਸ ਨਹੀਂ ਹੋਏਗਾ ਕਿਉਂਕਿ ਇਹ ਮਿਨੀਮਮ ਵੈਲਿਊ ਹੈ। ਕਿਹੜਾ ਕੇਸ ਨਹੀਂ ਹੋਏਗਾ? ਲੈਫਟ ਸਾਈਡ ਨਹੀਂ ਕੋਈ ਵੈਲਿਊ ਹੋਣੀ, ਲੈਫਟ ਸਾਈਡ ਤੇ ਕੋਈ ਵੈਲਿਊ ਨਹੀਂ ਹੋਣੀ, ਇਸ ਕਰਕੇ ਆਪਾਂ ਇੱਥੇ ਮਿਨੀਮਮ ਵੈਲਿਊ ਫਾਈਂਡ ਆਊਟ ਕਰ ਲਈ। ਹੁਣ ਜੇ ਆਪਾਂ ਨੂੰ ਮਿਨੀਮਮ ਵੈਲਿਊ ਮਿਲ ਗਈ ਫਿਰ ਕਰਨਾ ਕੀ ਹੈ, we will replace the key of the node to be deleted by the minimum element। ਆਪਾਂ ਕੋਈ ਨੋਡ ਨਹੀਂ ਡਿਲੀਟ ਕਰਨੀ, ਆਪਾਂ ਜਿਹੜੀ ਇਹਦੀ ਵੈਲਿਊ ਹੈ ਉਹ ਵੈਲਿਊ ਰਿਪਲੇਸ ਕਰ ਦੇਣੀ ਹੈ। ਇਹ ਵੈਲਿਊ ਆਪਾਂ ਇੱਥੇ ਪਾ ਦਈਏ ਤੇ ਆਪਣਾ ਟਰੀ ਇਦਾਂ ਦਾ ਬਣ ਜਾਏਗਾ। ਠੀਕ ਹੈ, ਆਪਣਾ ਟਰੀ ਇਦਾਂ ਦਾ ਬਣ ਜਾਏਗਾ, 3 ਇੱਥੇ ਆ ਗਿਆ, 1 5 ਬਾਕੀ ਸਾਰੀਆਂ ਨੋਡ ਉੱਥੇ ਹੀ ਪਈਆਂ ਨੇ। ਆਪਾਂ ਕਿਸੇ ਨੋਡ ਨੂੰ ਹਲੇ ਤੱਕ ਡਿਲੀਟ ਨਹੀਂ ਕੀਤਾ। ਬਿਨਾਂ ਕਿਸੇ ਨੋਡ ਨੂੰ ਡਿਲੀਟ ਕੀਤੇ ਬਿਨਾਂ ਆਪਾਂ ਕੀ ਕੀਤਾ ਕਿ ਆਪਾਂ ਮਿਨੀਮਮ ਵੈਲਿਊ ਫਾਈਂਡ ਆਊਟ ਕੀਤੀ। ਲੈਫਟ ਜਿਹੜਾ ਰਾਈਟ ਸਬ ਟਰੀ ਹੈ, ਰਾਈਟ ਸਬ ਟਰੀ ਦੇ ਵਿੱਚ ਮਿਨੀਮਮ ਵੈਲਿਊ, ਉਹ ਮਿਨੀਮਮ ਵੈਲਿਊ ਦੇ ਨਾਲ ਆਪਾਂ ਕੀਤਾ ਕੀ, ਉਸ ਵੈਲਿਊ ਨੂੰ ਉਸ ਨੋਡ ਦੇ ਨਾਲ ਰਿਪਲੇਸ ਕਰਤਾ ਜਿਹੜੀ ਆਪਾਂ ਡਿਲੀਟ ਕਰਨੀ ਸੀ। ਬਜਾਏ ਆਪਾਂ ਨੋਡ ਡਿਲੀਟ ਕਰਨ ਦੇ ਆਪਾਂ ਉਹਦੀ ਵੈਲਿਊ ਨਹੀਂ ਚੇਂਜ ਕਰ ਦਿੰਦੇ ਆ। ਜਦੋਂ ਵੈਲਿਊ ਚੇਂਜ ਕਰਤੀ ਤਾਂ ਆਪਣਾ ਰੂਟ, ਆਪਣਾ ਟਰੀ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਦਿਖਣ ਲੱਗ ਗਿਆ। ਹੁਣ ਇਹਦੇ ਵਿੱਚ ਜਿਹੜਾ ਆ 3 ਸੀਗਾ ਇੱਥੇ, ਜਿਹਦੀ ਆਪਾਂ ਵੈਲਿਊ ਆਲਰੇਡੀ ਸਟੋਰ ਕਰ ਲਈ ਹੋਈ ਹੈ, ਇਸ ਨੂੰ ਡਿਲੀਟ ਕਰਾਂਗੇ। ਬਜਾਏ ਇਹਨੂੰ ਡਿਲੀਟ ਕਰਨ ਦੇ
ਬਜਾਏ 2 ਨੂੰ ਡਿਲੀਟ ਕਰਨ ਦੇ ਆਪਾਂ ਇਸ ਨੋਡ ਨੂੰ ਡਿਲੀਟ ਕਰਾਂਗੇ। 2 ਦਾ ਕੰਮ ਤਾਂ ਹੋ ਗਿਆ ਖਤਮ, ਹੁਣ ਸਾਰੇ ਟਰੀ ਦੇ ਵਿੱਚੋਂ 2 ਵੈਲਿਊ ਤਾਂ ਖਤਮ ਹੋ ਗਈ, 2 ਤਾਂ ਹੈ ਹੀ ਨਹੀਂ ਕਿਤੇ ਵੀ, ਹੈ ਨਾ। ਸੋ ਜਿਹੜੀ ਵੈਲਿਊ ਰਿਡੰਡੈਂਟ ਹੈ, ਜਿਹੜੀ ਫਾਲਤੂ ਵੈਲਿਊ ਹੈ, ਉਹ ਆਹ ਵਾਲੀ ਹੈ ਜਿਹੜੀ ਆਪਾਂ ਆਲਰੇਡੀ ਇਸ ਜਗ੍ਹਾ ਤੇ ਸਟੋਰ ਕਰ ਚੁੱਕੇ ਹਾਂ। ਹੁਣ ਆਪਾਂ ਇਹਨੂੰ ਡਿਲੀਟ ਕਰਨਾ। ਹੁਣ ਜੇ ਇਹਨੂੰ ਡਿਲੀਟ ਕਰਨਾ ਹੈ ਤਾਂ ਇਹਦੇ ਵਿੱਚ ਕੀ ਹੋਏਗਾ ਕੇਸ? ਆਪਣੇ ਕੋਲ 2 ਹੀ ਕੇਸ ਬਣਦੇ ਆ ਜਦੋਂ ਕਿਸੇ ਨੋਡ ਨੂੰ ਡਿਲੀਟ ਕਰਨਾ ਹੋਵੇ ਤਾਂ 2 ਕੇਸ ਕੀ ਬਣਦੇ ਆ? ਜਾਂ ਤਾਂ ਉਹਦਾ ਕੋਈ ਚਾਈਲਡ ਨਹੀਂ ਹੈ, ਜਾਂ ਉਹਦੇ ਕੋਲ 1 ਚਾਈਲਡ ਹੈ, ਜਾਂ ਉਹਦੇ ਕੋਲ 2 ਚਿਲਡਰਨ ਹਨ। ਜਦੋਂ ਵੀ ਆਪਾਂ ਕਿਸੇ ਨੋਡ ਨੂੰ ਡਿਲੀਟ ਕਰਨਾ ਹੈ ਤਾਂ ਆਪਣੇ ਕੋਲ ਆਹੀ 3 ਕੇਸ ਬਣਦੇ ਆ, ਕਿਉਂਕਿ ਇਹ ਵਾਲੀ ਨੋਡ ਜਿਹੜੀ ਹੈ ਦੈਟ ਇਜ਼ ਅ ਮਿਨੀਮਮ ਨੋਡ, ਜਿਹਦਾ ਮਤਲਬ ਕੀ ਹੋਏਗਾ ਕਿ ਇਹਦੀ ਲੈਫਟ ਸਾਈਡ ਤੇ ਕੋਈ ਵੀ ਵੈਲਿਊ ਨਹੀਂ ਹੋਏਗੀ। ਦੈਟ ਮੀਨਸ ਆਹ ਵਾਲਾ ਕੇਸ ਤਾਂ ਹੋ ਗਿਆ ਖਤਮ। ਆਪਣੇ ਕੋਲ ਬਚੇ 2 ਹੀ ਕੇਸ। ਜੇ ਇਸ ਨੋਡ ਦੀ ਕੋਈ ਵੀ ਚਾਈਲਡ ਨਹੀਂ ਹੈ ਤਾਂ ਆਪਾਂ ਸਿੰਪਲੀ ਲਿਖਾਂਗੇ ਡਿਲੀਟ ਨੋਡ, ਇਹਦਾ ਕੰਮ ਵੀ ਖਤਮ। ਤੇ ਦੂਸਰਾ ਕੇਸ ਕੀ ਹੈ ਕਿ ਜੇ ਇਹਦੇ ਕੋਲ ਇੱਕ ਚਿਲਡਰਨ ਹੈ, ਇੱਕ ਚਾਈਲਡ ਹੈ, ਜੇ ਇਸ ਨੋਡ ਕੋਲ ਇੱਕ ਚਾਈਲਡ, ਫੋਰ ਐਗਜ਼ਾਮਪਲ ਇੱਥੇ ਆਪਣੇ ਕੋਲ 4 ਹੈਗਾ ਸੀ, ਤਾਂ 4 ਦਾ ਜਦੋਂ ਆਪਾਂ ਇਹਨੂੰ ਡਿਲੀਟ ਕਰਾਂਗੇ ਤਾਂ 4 ਦਾ ਧਿਆਨ ਕੌਣ ਰੱਖੇਗਾ? 5 5। ਉਹ ਕੇਸ ਆਪਾਂ ਆਲਰੇਡੀ ਕਵਰ ਕਰ ਚੁੱਕੇ ਹਾਂ, ਦੈਟ ਇਜ਼ ਬੇਸਿਕਲੀ ਅਵਰ ਕੇਸ 2। तो ਜਿਹੜਾ ਉਹ ਕੇਸ 2 ਸੀਗਾ ਉਹ ਆਪਾਂ ਦੁਬਾਰਾ ਇੱਥੇ ਰਿਪੀਟ ਕਰ ਦਿਆਂਗੇ। ਸਮਝ ਲੱਗੀ ਗੱਲ? ਹਾਂਜੀ ਹਾਂ, ਇਜ਼ ਦੈਟ ਕਲੀਅਰ ਕਿ ਆਪਾਂ ਇਹ ਮਿਨੀਮਮ ਕਿਉਂ ਲੱਭ ਰਹੇ ਹਾਂ? ਰਾਈਟ ਸਾਈਡ ਤੇ ਮਿਨੀਮਮ ਕਿਉਂ ਲੱਭ ਰਹੇ ਹਾਂ? ਆਪਣੇ 3 ਸਟੈਪ ਕੀ ਹੋ ਗਏ? ਆਪਾਂ ਰਾਈਟ ਸਾਈਡ ਦਾ ਸਬ ਟਰੀ ਦੇਖਣਾ ਹੈ, ਰਾਈਟ ਸਾਈਡ ਦੇ ਵਿੱਚ ਮਿਨੀਮਮ ਨੂੰ ਦੇਖਣਾ ਹੈ, ਮਿਨੀਮਮ ਦੀ ਵੈਲਿਊ ਨੂੰ ਜਿਹੜੀ ਨੋਡ ਨੂੰ ਆਪਾਂ ਡਿਲੀਟ ਕਰਨਾ ਸੀ ਉਹਦੇ ਨਾਲ ਰਿਪਲੇਸ ਕਰ ਦੇਣਾ ਹੈ। ਤਾਂ ਇਸ ਜਗ੍ਹਾ ਤੇ ਕੋਈ ਵੀ ਡਿਲੀਸ਼ਨ ਕਰਨ ਦੀ ਲੋੜ ਨਹੀਂ ਹੈ, ਇੱਥੇ ਇਹਦੇ ਲਈ ਡਿਲੀਸ਼ਨ ਬਚ ਗਈ, ਕਿਉਂਕਿ ਜੇ ਇੱਥੇ ਡਿਲੀਟ ਕਰਾਂਗੇ ਆਪਾਂ ਨੂੰ ਆਹ ਪੁਆਇੰਟਰ ਵੀ ਲਾਣਾ ਪੈਣਾ ਸੀ, ਇਹ ਪੁਆਇੰਟਰ ਵੀ ਲਾਣਾ ਪੈਣਾ ਸੀ, ਆਹ ਪੁਆਇੰਟਰ ਵੀ ਲਾਣਾ ਪੈਣਾ ਸੀ। तो 3-4 ਪੁਆਇੰਟਰ ਆਪਾਂ ਨੂੰ ਹਿਲਾਣੇ ਪੈਂਦੇ। ਸੋ ਬਜਾਏ ਇਸ ਦੇ ਕਿ ਇਹਨੂੰ ਡਿਲੀਟ ਕਰੀਏ, ਆਪਾਂ ਇਹਨੂੰ ਰਾਈਟ ਸਬ ਟਰੀ ਦੇ ਵਿੱਚੋਂ ਜਿਹੜੀ ਮਿਨੀਮਮ ਵੈਲਿਊ ਉਹਦੇ ਨਾਲ ਰਿਪਲੇਸ ਕਰ ਦਿੰਦੇ ਆ। तो 3 ਇੱਥੇ ਆ ਗਿਆ ਤੇ ਇਹਨੂੰ ਡਿਲੀਟ ਕਰੀਏ। ਡਿਲੀਟ ਆਪਾਂ ਉਸ ਨੋਡ ਨੂੰ ਕਰਾਂਗੇ ਜਿਹਨੂੰ ਡਿਲੀਟ ਕਰਨ ਦੇ ਨਾਲ ਆਪਣੇ ਪੁਆਇੰਟਰ ਮਿਨੀਮਮ ਹਿਲਦੇ ਆ। ਹੁਣ ਇੱਥੇ ਕੀ ਹੋਏਗਾ? 2 ਕੇਸ ਹੋ ਸਕਦੇ ਆ, ਜਾਂ ਤਾਂ ਇਹਦਾ ਕੋਈ ਚਾਈਲਡ ਨਹੀਂ ਹੈ, ਜੇ ਕੋਈ ਚਾਈਲਡ ਨਹੀਂ ਹੈ ਤਾਂ ਆਪਾਂ ਇਹਨੂੰ ਡਾਇਰੈਕਟਲੀ ਡਿਲੀਟ ਕਰ ਦਾਂਗੇ ਵਿਦਆਊਟ ਲੌਸਿੰਗ ਐਨੀ ਇਨਫੋਰਮੇਸ਼ਨ। ਔਰ ਜੇ ਇਹਦਾ ਆਪਣੇ ਕੋਲ ਇੱਕ ਚਾਈਲਡ ਹੈਗਾ ਹੈ ਤਾਂ ਉਹ ਚਾਈਲਡ ਜਿਹੜਾ ਹੈ ਇਹਦੇ ਪੇਰੈਂਟ ਨੂੰ ਟ੍ਰਾਂਸਫਰ ਕਰ ਦਿਆਂਗੇ ਤੇ ਉਹ ਆਪਣਾ ਜਿਹੜਾ ਟਰੀ ਹੈ ਫਿਰ ਇਹਨੂੰ ਡਿਲੀਟ ਕਰ ਦਿਆਂਗੇ। ਟਰੀ ਜਿਹੜਾ ਹੈ ਉਹਦੇ ਜਿਹੜੀ ਪ੍ਰੋਪਰਟੀ ਹੈ ਬਾਈਨਰੀ ਸਰਚ ਟਰੀ ਦੀ ਕਿ ਲੈਫਟ ਸਾਈਡ ਦੀ ਵੈਲਿਊ ਰੂਟ ਤੋਂ ਘੱਟ ਹੋਣੀ ਚਾਹੀਦੀ ਹੈ ਤੇ ਰਾਈਟ ਸਾਈਡ ਦੀ ਵੈਲਿਊ ਰੂਟ ਤੋਂ ਵੱਧ ਹੋਣੀ ਚਾਹੀਦੀ ਹੈ। ਉਹ ਪ੍ਰੋਪਰਟੀ ਜਿਹੜੀ ਆਪਣੀ ਸੈਟੀਸਫਾਈ ਹੋ ਰਹੀ ਹੈ। ਬਣ ਨੂੰ ਨਹੀਂ ਰੀਪਲੇਸ ਕਰ ਸਕਦੇ ਸੀ? ਕਿਹਨੂੰ? ਬਣ ਨੂੰ 2 ਨਾਲ ਹੀ। 1 ਨੂੰ 2 ਦੇ ਨਾਲ ਨਹੀਂ, ਉਦਾਂ ਨਹੀਂ ਕਰਨਾ, ਕਿਉਂਕਿ 1 ਦੇ ਜੇ ਅੱਗੇ ਚਿਲਡਰਨ ਹੋਣਗੇ ਉਹ ਕਿੱਧਰ ਜਾਣਗੇ ਫਿਰ? ਉਹ ਕੰਡੀਸ਼ਨ ਲਾ ਦਾਂਗੇ ਜੀ, ਬਣ ਦੇ ਚਿਲਡਰਨ ਹੈਗਾ ਤਾਂ ਰਾਈਟ ਸਾਈਡ ਨਾਲ ਕਰ ਲੈਣੇ। ਨਹੀਂ ਇਦਾਂ ਨਹੀਂ ਹੋਏਗਾ ਬੇਟਾ, ਆਪਾਂ ਇੱਕੋ ਹੀ ਰੂਲ ਨੂੰ ਫੋਲੋ ਕਰਾਂਗੇ। ਅੱਜ ਨਹੀਂ ਹੈਗਾ 1 ਦੇ, ਦੇਖੋ ਜੇ ਇੱਕ ਚਾਈਲਡ ਵੀ ਹੋ ਗਿਆ, ਜਦੋਂ 1 ਦੇ 2 ਚਿਲਡਰਨ ਹੋ ਗਏ ਤਾਂ ਉਹ ਇੱਥੇ, ਜੇ 1 ਨੂੰ ਆਪਾਂ ਇੱਥੇ ਕਰ ਦਾਂਗੇ ਤੇ ਆਹ ਦੋਨੇ ਕਿੱਧਰ ਜਾਣਗੇ? ਇਹਨਾਂ ਦੋਨਾਂ ਦੇ ਚਲੋ ਆਪਾਂ ਕਹਿੰਦੇ ਵੀ ਇੱਕ ਜਿਹੜਾ ਇਹਦੇ ਨਾਲ ਜੋੜ ਦਾਂਗੇ, ਆਹ ਦੂਸਰੇ ਨੂੰ ਕੀ ਕਰਾਂਗੇ? ਕਿਉਂਕਿ ਇਹਦੀ ਲੈਫਟ ਸਾਈਡ ਤਾਂ ਆਲਰੇਡੀ ਲੱਗੀ ਹੋਈ ਹੈ, ਰਾਈਟ ਸਾਈਡ ਉਹ ਆਲਰੇਡੀ ਫੁੱਲ ਹੈ, ਫਿਰ ਇਹਦੇ ਵਾਸਤੇ ਆਪਾਂ ਨੂੰ ਜਗ੍ਹਾ ਲੱਭਣੀ ਪਏਗੀ। ਠੀਕ ਹੈ, ਸੋ ਮਤਲਬ ਤਰੀਕੇ ਉਹ ਵੀ ਹੈਗੇ ਨੇ, ਹੋਰ ਵੀ ਤਰੀਕੇ। ਆਹ ਵਾਲਾ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਇਹਦੇ ਸਾਰੇ ਕੇਸ ਕੰਸੀਡਰ ਕਰਕੇ ਦੇਖੋ ਨਾ। ਜਦੋਂ ਆਪਾਂ ਕਿਸੇ ਵੀ ਨੋਡ ਨੂੰ ਡਿਲੀਟ ਕਰਨਾ ਹੈ ਤਾਂ ਆਪਾਂ ਸਾਰੇ, ਹੁਣ ਇੱਥੇ ਆਪਾਂ 1 ਦੇ ਨਾਲ ਕੋਈ ਨਹੀਂ ਲੱਗਿਆ ਹੋਇਆ, ਬਟ ਅਸਲ 'ਚ ਸਿਚੁਏਸ਼ਨ ਇਹ ਵਾਲੀ ਨਹੀਂ, ਸਿਚੁਏਸ਼ਨ ਆਹ ਵਾਲੀ ਵੀ ਹੋ ਸਕਦੀ ਹੈ। ਤੁਸੀਂ ਸਾਰੇ ਕੇਸਿਸ, ਫੁੱਲ ਕੇਸਿਸ ਨੂੰ ਲੈ ਕੇ ਚੱਲੋ। ਜਦੋਂ 2 ਚਿਲਡਰਨ ਵਾਲਾ ਕੇਸ ਸੋਲਵ ਹੋ ਗਿਆ, 1 ਵਾਲਾ ਤਾਂ ਹੋ ਹੀ ਜਾਣਾ ਤੇ 0 ਵਾਲਾ ਤਾਂ ਜਮਾ ਹੀ ਹੋ ਜਾਣਾ, ਉਹਦੀ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈਗੀ। ਠੀਕ ਹੈ, 0 ਔਰ 1 ਚਾਈਲਡ ਦੀ ਪ੍ਰੋਬਲਮ ਨਹੀਂ ਹੈ, ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ 2 ਚਿਲਡਰਨ ਹੋਣ। ਤਾਂ ਜੇ 2 ਚਿਲਡਰਨ ਵਾਲਾ ਕੇਸ ਲੈ ਕੇ ਚੱਲੋਗੇ ਫਿਰ ਤੁਸੀਂ ਇਹਨੂੰ 1 ਨੂੰ ਇੱਥੇ ਰਿਪਲੇਸ ਕਰਕੇ ਦੇਖੋ, ਫਿਰ ਦੇਖੋ ਕੀ ਹੁੰਦਾ। ਪੋਸੀਬਿਲਿਟੀ ਉੱਧਰ ਵੀ ਹੈ ਕਿ ਤੁਸੀਂ ਇੱਕ ਜਿਹੜਾ ਚਿਲਡਰਨ ਹੈ ਇਹਦਾ ਲੈਫਟ ਸਾਈਡ ਹੈ ਉਹਨੂੰ ਤਾਂ ਐਜ਼ ਇਟ ਇਜ਼ ਇਹਦੇ ਨਾਲ ਅਟੈਚ ਕਰ ਦਿਓ, ਉਹ ਐਜ਼ ਇਟ ਇਜ਼ ਚਲੇ ਜਾਏਗੀ। ਜਿਹੜੀ ਰਾਈਟ ਸਾਈਡ ਹੈ, ਰਾਈਟ ਸਾਈਡ ਵਾਸਤੇ ਤੁਹਾਨੂੰ ਇਹਦੇ ਲੈਫਟ ਸਾਈਡ ਆ ਜਿਹੜਾ ਰਾਈਟ ਸਾਈਡ ਦਾ ਜਿਹੜਾ ਸਬ ਟਰੀ ਹੈ ਉਹਦੇ ਵਿੱਚ ਐਪਰੋਪ੍ਰੀਏਟ ਪੋਜੀਸ਼ਨ ਲੱਭਣੀ ਪਏਗੀ, ਤਾਂ ਉਹਦੇ ਵਿੱਚ ਅੱਗੇ ਫਿਰ ਵੈਲਿਊਜ਼ ਹੋ ਸਕਦੀਆਂ ਨੇ। ਤੋ ਇਹ ਕੰਪਲੀਕੇਟਡ ਹੈ ਚੀਜ਼, ਇਦਾਂ ਨਹੀਂ ਹੋਣੀ ਹੈਗੀ। ਤੋ ਇਹਦੇ ਵਿੱਚ ਜਿਹੜੀ ਇਸ ਨੋਡ ਦੀ ਜੋ ਵੈਲਿਊ ਬਣਦੀ ਹੈ ਉਸ ਵੈਲਿਊ ਦੇ ਹਿਸਾਬ ਨਾਲ ਤੁਹਾਨੂੰ ਇਸ ਟਰੀ ਦੇ ਵਿੱਚ ਟਰੈਵਰਸ ਕਰਕੇ ਲੋਕੇਸ਼ਨ ਲੱਭਣੀ ਪਏਗੀ, ਉੱਥੇ ਜਾ ਕੇ ਫਿਰ ਇਹਨੂੰ ਅਟੈਚ ਕਰਨਾ ਪਏਗਾ।
ਓਕੇ। ਸੋ ਉਹਦੇ ਨਾਲੋਂ ਆਹ ਵਾਲਾ ਮੈਥਡ ਜਿਹੜਾ ਹੈ ਉਹ ਜ਼ਿਆਦਾ ਮੈਨੂੰ ਈਜ਼ੀ ਲੱਗਦਾ, ਬਟ ਬਾਕੀ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਵੀ ਈਜ਼ੀ ਲੱਗੇ। ਹਰ ਇੱਕ ਦਾ ਦੇਖੋ ਆਪੋ ਆਪਣਾ ਵੇ ਆਫ ਥਿੰਕਿੰਗ ਹੁੰਦਾ ਹਰ ਇੱਕ ਦੇ। ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਇਸ ਨੂੰ ਡਿਲੀਟ ਕਰਨ ਦੇ ਵੀ ਕਈ ਐਲਗੋਰਿਦਮ ਹੈ, ਬਹੁਤ ਤੁਸੀਂ ਨੈਟ ਤੇ ਸਰਚ ਕਰੋਗੇ ਤੁਹਾਨੂੰ ਹੋਰ ਐਲਗੋਰਿਦਮ ਵੀ ਲੱਭਣਗੇ। ਸੋ ਦਿਸ ਇਜ਼ ਆਲਸੋ ਵਨ ਆਫ ਦਾ ਪੋਸੀਬਿਲਿਟੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਜਿਹੜੀ ਮੈਂ ਗੱਲ ਕੀਤੀ ਉਹ ਵੀ ਇੱਕ ਪੋਸੀਬਿਲਿਟੀ ਹੈ। ਸੋ ਜਿਹੜਾ ਸਿੰਪਲੈਸਟ ਕੇਸ ਮੈਂ ਤੁਹਾਨੂੰ ਦੱਸਤਾ ਵੀ ਆਪਾਂ ਕੀ ਕਰ ਸਕਦੇ ਹਾਂ, ਆਪਾਂ ਮਿਨੀਮਮ ਸਬ ਟਰੀ ਲੱਭਾਂਗੇ ਔਰ ਮਿਨੀਮਮ ਸਬ ਟਰੀ ਦੇ ਨਾਲ ਉਸ ਕੇਸ ਦੇ ਵਿੱਚ ਮੇਰੇ ਖਿਆਲ ਚ ਮੈਕਸਿਮਮ ਸਬ ਟਰੀ ਲੱਭਣਾ ਪਏਗਾ। ਮਿਨੀਮਮ ਦੀ ਥਾਂ ਤੇ ਆਪਾਂ ਰਾਈਟ ਸਾਈਡ ਤੇ ਜਿਹੜਾ ਮੈਕਸਿਮਮ ਸਾਈਡ ਹੋਏਗੀ, ਕਿਉਂਕਿ ਮੈਕਸਿਮਮ ਦਾ ਮਤਲਬ ਕੀ ਹੈ ਕਿ ਉਹਦੇ ਰਾਈਟ ਸਾਈਡ ਤੇ ਅੱਗੇ ਕੁਝ ਨਹੀਂ ਹੈਗਾ, ਉੱਥੇ ਉਹਨੂੰ ਇਨਸਰਟ ਕਰ ਦਾਂਗੇ। ਜਿਹੜੀ ਇਹਦੀ ਰਾਈਟ ਸਾਈਡ ਹੋਏਗੀ ਉਹ ਸ਼ਿਫਟ ਹੋ ਕੇ ਇੱਧਰ ਆਏਗੀ ਮੇਰੇ। ਬਾਕੀ ਐਕਸਪੈਰੀਮੈਂਟ ਜਾਂ ਉਹਦੀ ਵੈਲਿਊਜ਼ ਭਰ ਕੇ ਚੈੱਕ ਕਰੋ ਕਿ ਪੋਸੀਬਲ ਹੈ ਕਿ ਨਹੀਂ ਹੈ। ਠੀਕ ਹੈ, ਸੋ ਇਟ ਆਲ ਡਿਪੈਂਡਸ ਕਿ ਤੁਸੀਂ ਉਹਨੂੰ ਕਿਵੇਂ ਸੋਚਦੇ ਹੋ। ਸੋ ਮੇਰੇ ਖਿਆਲ ਚ ਆਪਣੇ 3 ਕੇਸ ਤਾਂ ਕਲੀਅਰ ਹੈ। ਹਾਂਜੀ ਠੀਕ ਹੈ, ਸੋ ਇਹ ਗੱਲਾਂ ਮੈਂ ਸਾਰੀਆਂ ਤੁਹਾਨੂੰ ਦੱਸਤੀਆਂ। ਫॉर ਡਿਲੀਸ਼ਨ ਕਨਵੀਨੀਅੰਸ, ਜਦੋਂ ਵੀ ਆਪਾਂ ਡਿਲੀਟ ਕਰਨਾ ਹੈ always have a pointer from a node to its parent। ਠੀਕ ਹੈ, ਜਿਹੜਾ ਵੀ ਆਪਾਂ ਡਿਲੀਟ ਕਰਨਾ ਹੈ, ਜਿਹੜੀ ਨੋਡ ਆਪਾਂ ਡਿਲੀਟ ਕਰ ਰਹੇ ਹਾਂ ਉਹਦੇ ਪੇਰੈਂਟ ਦਾ ਐਡਰੈਸ ਆਪਣੇ ਕੋਲ ਜ਼ਰੂਰ ਹੋਣਾ ਚਾਹੀਦਾ ਹੈ। ਤਾਂ ਜੇ ਤੁਸੀਂ ਉਹਦੇ ਪੇਰੈਂਟ ਦਾ ਐਡਰੈਸ ਰੱਖੋਗੇ ਤਾਂ ਹੀ ਤੁਸੀਂ ਇਹ ਡਿਲੀਸ਼ਨ ਵਾਲਾ ਕੰਮ ਕਰ ਸਕਦੇ ਹੋ। ਤਾਂ ਜੇ ਤੁਸੀਂ ਇਹਨੂੰ ਡਿਲੀਟ ਕਰਨਾ ਹੈ ਤਾਂ ਇਹਦੇ ਪੇਰੈਂਟ ਦਾ ਐਡਰੈਸ ਤੁਹਾਡੇ ਕੋਲ ਹੋਣਾ ਚਾਹੀਦਾ, ਇਹਨੂੰ ਡਿਲੀਟ ਕਰਨਾ ਤਾਂ ਇਹਦੇ ਪੇਰੈਂਟ ਦਾ ਐਡਰੈਸ ਵੀ ਹੋਣਾ ਚਾਹੀਦਾ। ਮੀਨਸ ਤੁਹਾਡੇ ਕੋਲ ਦੋ ਵੇਰੀਏਬਲ ਚਾਹੀਦੇ ਨੇ, ਇੱਕ ਤਾਂ ਟਰੈਪ ਵੇਰੀਏਬਲ, ਇੱਕ ਉਹਦਾ ਪੇਰੈਂਟ ਵੇਰੀਏਬਲ। ਠੀਕ ਹੈ, ਸੋ ਦੋਨੋਂ ਵੇਰੀਏਬਲ ਦੀ ਵੈਲਿਊ ਦੇ ਨਾਲ ਤੁਸੀਂ ਕਨਵੀਨੀਅੰਟਲੀ ਆਪਣੇ ਕਿਸੇ ਨੋਡ ਨੂੰ ਡਿਲੀਟ ਕਰ ਸਕਦੇ ਹੋ।